सतनाम 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 श्री वाहे गुरु जी गुरु गरीब निवाज जी। सिर मस्तक रखिया पार ब्रह्मन, हस्त काया रखिया परमेश्वर, आत्म रखिया गोपाल स्वामी, तन चरण रखिया जगदीश्वर। सर्ब रखिया गुर दयाले, पै दुख विनाशने, भगत वछलिया नाथ नाथे, शरण नानक पुरख युत है। मैं मूर्ख की केतक बात है, कोट पराती दरिया रे, गुरु नानक गुरु नानक जिन सुनिया पेखिया, से भास ना परियारे। आनंद गुणी निधान गुरु गरीब निवाज जियो, सारी संगत गज के बोलो सतनाम श्री वाहे गुरु जी। दीनन की पदपाल करे निद संत्यो बाहर कनीम नकारे, पाश पशु नग नाग नराध सर्व समय सबको प्रदपार। ए पोक्त है जल में थल में पल में कल के करे विचारे, दीन दयाल दयाल दोखन देखता है पर देत न हारे। बेनती मेरी है बेनती, संगते गुरां दिए कह दो वाहे गुरु वाहे गुरु।
मिठ बोलड़े सुभाव भी कदे नाराज हो जाते ने। मिठ बोलड़े सुभाव भी कदे नाराज हो जाते ने। सारीले साज भी कदे बेआवाज हो जाते ने। जदों हराउण ते आवे किस्मत बंदे नूं ते उदों लिहाज वाले भी बेलिहाज हो जाते ने। कदे टिकते ने ताज भिखारियां दे सिरां उत्ते, ताजां वाले भी कदे बेताज हो जाते ने। ताजां वाले भी कदे बेताज हो जाते ने। राज खालसे दा गया, राज खालसे दा अपने बेगाने हो गए। गया राज खालसे दा, गया राज खालसे दा अपने बेगाने हो गए। हाँ रह गईयां कहानियां जा, रह गईयां कहानियां जा रोने तकदीरां दे। रह गईयां कहानियां जा रोने तकदीरां दे। रेशमी पुछक गलों, रेशमी पुछक गलों मोतियां दे हार गए। रेशमी पुछक गलों, रेशमी पुछक गलों मोतियां दे हार गए। हाँ मिट गईयां यादां गली, मिट गईयां यादां गली रह गए बोकलीरां दे। मिट गईयां यादां गली रह गए बोकलीरां दे। जेड़े देश विच झंडा, जेड़े देश विच झंडा, जेड़े देश विच झंडा खालसे दा झुलदा सी। जेड़े देश विच झंडा, जेड़े देश विच झंडा खालसे दा झुलदा सी। हाँ उसे देश विच साडे, उसे देश विच साडे हाल ने फकीरां दे। उसे देश विच साडे हाल ने फकीरां दे।
ओहा कौम सदा मारी, ओहा कौम सदा मारी, कई कुलवंत सिंगार। ओह कौम सदा मारी, ओहा कौम सदा मारी, कई कुलवंत सिंगार। हाँ कर दे कतल जिथे, कर दे कतल जिथे सके वीर वीरां दे, कर दे कतल जिथे सके वीर वीरां दे, कर दे कतल जिथे सके वीर वीरां दे। हो ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਬਾਬਾ ਨਾਗਾ ਜੀ ਦੇ ਪਾਵਨ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਨ ਦੀ ਹਾਜ਼ਰੀ ਵਿੱਚ ਸੱਜ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਵਿੱਚ ਕਹਿੰਦੇ ਨੇ, ਸੰਤ ਸਮੂਹ ਅਨੇਕ ਮਤੀ ਕੇ, ਕੇਵਲ ਚੋਲਾ ਪਾਉਣ ਵਾਲਾ ਮਨੁੱਖ ਬੰਦਗੀ ਕਰਦਾ ਕਰਦਾ ਦਰਗਾਹ ਤੱਕ ਨਹੀਂ ਪਹੁੰਚ ਜਾਂਦਾ, ਹੋਰ ਵੀ ਲਿਬਾਸਾਂ ਵਿੱਚ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਗੱਲ ਦੀ ਪ੍ਰੋੜਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਮੁਬਾਰਕ ਬਾਣੀ ਵਿੱਚ ਕੀਤੀ। ਮਤ ਵੱਖਰੇ ਵੱਖਰੇ ਹੋ ਸਕਦੇ ਨੇ, ਧਰਮ ਵੱਖਰੇ ਵੱਖਰੇ ਹੋ ਸਕਦੇ, ਪਰਮੇਸ਼ਰ ਇੱਕ ਹੈ ਤੇ ਪਰਮੇਸ਼ਰ ਨੂੰ ਮੰਨਣ ਵਾਲੇ ਸਾਰੇ ਸੰਤ ਸਤਿਕਾਰਯੋਗ ਨੇ। ਬੇਸ਼ੱਕ ਉਹ ਬਦਨ ਆਪਣਾ ਨੰਗੇਜ ਦੇ ਰੂਪ ਵਿੱਚ ਰੱਖਦੇ ਹੋਣਗੇ, ਬਸਤਰ ਨਹੀਂ ਪਾਉਂਦੇ ਹੋਣਗੇ, ਪਰ ਪਰਮੇਸ਼ਰ ਨਾਲ ਮੁਹੱਬਤ ਰੱਖਣ ਕਰਕੇ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਚੜੇ। ਉਹਨਾਂ ਨੂੰ ਪੂਜਣ ਵਾਲਿਆਂ ਨੇ ਉਹਨਾਂ ਦੇ ਨਾਮ ਉੱਤੇ ਉਹਨਾਂ ਦੇ ਬਦਨ ਦਾ ਨੰਗੇਜ ਵੇਖ ਕੇ ਬਾਬਾ ਨਾਗਾ ਜੀ ਨਾਮ ਰੱਖ ਦਿੱਤਾ। ਉਹਨਾਂ ਦੇ ਪਾਵਨ ਸਥਾਨ ਤੇ ਆਪ ਜੀ ਜੁੜ ਬੈਠੇ ਹੋ। ਤੁਹਾਡਾ ਹੁਕਮ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਇਤਿਹਾਸ ਦੇ ਪੰਨੇ ਅਰਜ਼ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਰਾਹੀਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਪ ਜੀ ਤੋਂ ਅਸੀਸ ਮੰਗਦੇ। ਇਕਾਗਰਤਾ ਬੜੀ ਲਾਜ਼ਮੀ ਹੈ। ਬੋਲਣ ਵਾਲੇ ਦੀ ਵੀ ਇਕਾਗਰਤਾ ਹੋਣੀ ਚਾਹੀਦੀ ਹੈ, ਸੁਣਨ ਵਾਲੇ ਦੀ ਵੀ ਇਕਾਗਰਤਾ ਹੋਣੀ ਚਾਹੀਦੀ ਹੈ। ਬਾਤ ਪਾਉਣ ਵਾਲਾ ਬਾਤ ਪਾਉਂਦਾ ਹੋਵੇ, ਸੁਣਨ ਵਾਲਾ ਖਰਾਟੇ ਮਾਰਦਾ ਹੋਵੇ ਤੇ ਆਨੰਦ ਨਹੀਂ ਆਉਂਦਾ। ਬਖਤੇ ਦਾ ਤੇ ਸਰੋਤੇ ਦਾ ਤਾਲਮੇਲ ਬਣਨਾ ਬੜਾ ਲਾਜ਼ਮੀ ਹੈ ਤੇ ਬਖਤੇ ਨੇ ਜੋ ਕੁਝ ਕਿਹਾ, ਸਰੋਤੇ ਦੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਵਿੱਚ ਲਿਆਵੇ। ਇਹ ਨਾ ਹੋਵੇ ਵੀ ਦੀਵਾਨ ਵਿੱਚ ਬਹਿ ਕੇ ਸੁਣਿਆ ਤੇ ਘਰ ਜਾਣ ਤੋਂ ਪਹਿਲਾਂ ਪਹਿਲਾਂ ਭੁੱਲ ਜਾਵੇ। ਅਗਰ ਕਿਤੇ ਲੋੜ ਪਵੇ ਤੇ ਜਿਹੜੇ ਇਤਿਹਾਸ ਨੂੰ ਸੁਣਿਆ ਉਹਨੂੰ ਪਰਖ ਕੇ ਵੇਖੇ ਵੀ ਜੋ ਗੱਲ ਕਿਸੇ ਨੇ ਸਟੇਜ ਉੱਤੇ ਆਖੀ ਸੀ ਉਹ ਹਕੀਕਤ ਹੈ ਵੀ ਕਿ ਨਹੀਂ, ਇਹ ਜਾਣਨਾ ਵੀ ਬੜਾ ਜ਼ਰੂਰੀ ਹੈ। ਇਸ ਕਰਕੇ ਇਤਿਹਾਸ ਦੁਹਰਾਇਆ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਸਾਡੀ ਕੌਮ ਦਾ ਕਿੱਥੇ ਕਿੱਥੇ ਨੁਕਸਾਨ ਹੋਇਆ, ਕੀ ਕਾਰਨ ਸੀ, ਅੱਜ ਅਸੀਂ ਕਿਵੇਂ ਗਿਰਾਵਟ ਵੱਲੇ ਜਾ ਰਹੇ ਹਾਂ, ਸਾਡਾ ਰਾਜ ਭਾਗ ਕਿਵੇਂ ਬਣਿਆ, ਰਾਜ ਭਾਗ ਗਿਆ, ਕੀ ਕਾਰਨ ਸਨ। ਇਸ ਬਾਰੇ ਦੇਖਣਾ ਤੇ ਸੋਚਣਾ ਬੜਾ ਲਾਜ਼ਮੀ। ਜਿਹੜਾ ਦੁਕਾਨਦਾਰ ਇਹ ਨਹੀਂ ਸੋਚਦਾ ਵੀ ਕਿੰਨੇ ਦੀ ਰਸਤ ਪਾਈ, ਕਿੰਨੇ ਦਾ ਸੌਦਾ ਪਾਇਆ, ਕਿੰਨੇ ਦਾ ਸੌਦਾ ਵੇਚਿਆ, ਇਹਦੇ ਵਿੱਚੋਂ ਵਟਕ ਕੀ ਹੋਈ, ਮੁਨਾਫਾ ਕਿੰਨਾ ਹੋਇਆ, ਉਹ ਦੁਕਾਨਦਾਰੀ ਵਿੱਚ ਫੇਲ ਸਮਝੋ। ਇਸੇ ਤਰ੍ਹਾਂ ਇਤਿਹਾਸ ਨੂੰ ਸੁਣਨ ਵਾਲਾ ਸਰੋਤਾ ਜਨ ਵੀ ਜੇ ਇਤਿਹਾਸ ਨੂੰ ਆਪਣੇ ਦਿਲ ਤੱਕ ਨਾ ਉਤਾਰ ਲਵੇ, ਉਹਨੂੰ ਜੀਵਨ ਚ ਕਮਾਵੇ ਨਾ, ਤੇ ਯਾਦ ਰੱਖਣਾ ਉਹ ਵੀ ਆਪਣੇ ਜੀਵਨ ਵਿੱਚ ਕਾਮਯਾਬ ਨਹੀਂ ਹੋਏਗਾ। ਇਤਿਹਾਸ ਪੜ੍ਹਨਾ ਵੀ ਬੜਾ ਲਾਜ਼ਮੀ ਹੈ, ਇਤਿਹਾਸ ਸੁਣਨਾ ਵੀ ਬੜਾ ਲਾਜ਼ਮੀ। ਤੇ ਜਿਹੜਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਬੜਾ ਦਰਦਮਈ ਹੈ। ਉਸ ਦਾ ਆਗਾਜ਼ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨਾਲ ਸਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੁੜੋ। ਇਤਿਹਾਸ ਪੰਨੇ ਅਰਜ਼ ਕਰਨ ਦੀ ਇਜਾਜ਼ਤ ਬਖਸ਼ੇ ਹੋਏ ਇੱਕ ਆਵਾਜ਼ ਵਿੱਚ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਦੂਰ ਦੀ ਗੱਲ ਨਹੀਂ, ਦੇਸ਼ ਅੰਦਰ ਕਦੀ ਅਸੀਂ ਵੀ ਹੁੰਦੇ ਸਰਾਜ ਵਾਲੇ। ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ, ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ। ਸਾਡੀ ਖਾਲਸੀ ਤੇਗ ਦੀ ਧਾਰ ਅੱਗੇ ਪਾਣੀ ਭਰਦੇ ਸਨ ਕਾਬਲ ਈਰਾਨ ਵਾਲੇ। ਬਿਨਾਂ ਪੁੱਛਿਆ ਇੱਧਰ ਨਾ ਝਾਕਦੇ ਸਨ, ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ। ਪਰ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ। ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ। ਬੜਾ ਵੱਡਾ ਖਾਲਸੇ ਦਾ ਰਾਜ ਸੀ। ਕੁਝ ਸਮੇਂ ਤੋਂ ਬਾਅਦ ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਬਰਬਾਦ ਹੋ ਗਿਆ। ਮੇਰੇ ਪੂਜਿਆ ਪਿਤਾ ਗਿਆਨੀ ਕੁਲਵੰਤ ਸਿੰਘ ਜੀ BA ਸਾਹਿਬ, ਉਹਨਾਂ ਨੇ ਅਕਾਲ ਤਖਤ ਸਾਹਿਬ ਉੱਤੇ ਲਗਾਤਾਰ 7 ਦਿਨ ਦੀਵਾਨ ਕੀਤਾ। ਸਿੱਖ ਰਾਜ ਕਿਵੇਂ ਗਿਆ ਨੂੰ ਗਾਇਆ।
ਸਰੋਤਿਆਂ ਵਿੱਚੋਂ ਕਿਸੇ ਨੇ ਸਵਾਲ ਕੀਤਾ ਵੀ ਇੰਨੇ ਦੇਸ਼ ਧਰੋਈ, ਇੰਨੇ ਪੰਥ ਧਰੋਈ ਖਾਲਸਾ ਰਾਜ ਵਿੱਚੋਂ ਪੈਦਾ ਹੋ ਰਹੇ ਸਨ ਤੇ ਕਿਸੇ ਸਿੱਖ ਨੇ ਵੀ ਨਾ ਵਿਚਾਰਿਆ ਵੀ ਇਹਨਾਂ ਬੰਦਿਆਂ ਨੂੰ ਰੋਕਿਆ ਜਾਵੇ। ਜਵਾਬ ਵਿੱਚ ਗਿਆਨੀ ਕੁਲਵੰਤ ਸਿੰਘ ਬੀਏ ਸਾਹਿਬ ਕਹਿੰਦੇ, ਅਸੀਂ ਆਖਿਆ ਇਹ ਤਾਂ ਗੱਲ ਹੋ ਗੁਜਰੇ ਦੀ ਹੈ। ਅੱਜ ਪੰਥ ਨਾਲ ਕਿਹੜੀਆਂ ਬੀਤ ਰਹੀਆਂ ਨੇ, ਤੁਸੀਂ ਕਿੰਨਾ ਕੁ ਸੋਚਦੇ ਹੋ ਕਿ ਪੰਥ ਕਿਹੜੇ ਰਾਹ ਤੇ ਤੁਰਿਆ ਜਾ ਰਿਹਾ ਤੇ ਕਿਹੜਾ ਬੰਦਾ ਧਰਮ ਨਾਲ ਗਦਾਰੀ ਕਰ ਰਿਹਾ ਤੇ ਕਿਹੜਾ ਕੌਮ ਲਈ ਘਾਤਕ ਹੈ। ਅਸੀਂ ਵਿਚਾਰਦੇ ਨਹੀਂ। ਪਹਿਲੀ ਗੱਲ ਤਾਂ ਸਾਡੇ ਘਰ ਵਿੱਚ ਕਿਤਾਬ ਵੀ ਕੋਈ ਨਹੀਂ। ਅਗਰ ਜੇ ਕਿਤਾਬ ਰੱਖੀ ਤੇ ਪੜ੍ਹਨ ਦਾ ਸਮਾਂ ਨਹੀਂ, ਜਦੋਂ ਕਿਤਾਬ ਨੂੰ ਪੜ੍ਹਾਂਗੇ ਨਾ, ਸਮਾਂ ਨਾ ਦੇਵਾਂਗੇ, ਸਾਨੂੰ ਪਤਾ ਨਹੀਂ ਲੱਗੇਗਾ ਸਾਡੇ ਨਾਲ ਵਾਕਿਆਤ ਕੀ ਹੋਏ, ਅਸੀਂ ਦੇਸ਼ ਦੇ ਬਾਦਸ਼ਾਹ ਕਿਵੇਂ ਬਣੇ। ਸ਼ੇਖ ਸ਼ਰਫ ਕਹਿੰਦਾ ਹੈ ਭਈ ਜਿਹੜੇ ਦੇਸ਼ ਦੇ ਲੋਕ ਜੁੱਤੀਆਂ ਸ਼ੀਸ਼ਿਆਂ ਵਿੱਚ ਰੱਖ ਕੇ ਵੇਚਣ ਤੇ ਕਿਤਾਬਾਂ ਦੁਕਾਨਾਂ ਦੀ ਬਜਾਏ ਸੜਕਾਂ ਤੇ ਵਿਕਦੀਆਂ ਹੋਣ, ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ। ਮੇਰੇ ਦੇਸ਼ ਵਿੱਚ ਅਕਸਰ ਇਹੋ ਜਿਹਾ ਕੋਈ ਦੇਖਣ ਲਈ ਮਿਲਦਾ ਹੈ। ਤਾਂ ਸਾਡੀ ਥੋੜੀ ਥੋੜੀ ਕੋਸ਼ਿਸ਼ ਹੁੰਦੀ ਹੈ, ਇਤਿਹਾਸ ਨਾਲੋਂ ਸੰਗਤ ਟੁੱਟਦੀ ਜਾਂਦੀ ਹੈ, ਉਹਨਾਂ ਨੂੰ ਜੋੜਿਆ ਜਾਵੇ, ਯਾਦ ਕਰਾਇਆ ਜਾਵੇ ਵੀ ਅਸੀਂ ਬਾਦਸ਼ਾਹ ਸਾਂ, ਸਾਡਾ ਰਾਜ ਸੀ। ਸਾਡੇ ਦੇਸ਼ ਦਾ 1 ਰੁਪਈਆ ਅਮਰੀਕਾ ਜਾ ਕੇ $37 ਬਣਦੇ ਸਨ। $37। ਸਵਾਲ ਉੱਠਦਾ ਵੀ ਅੱਜ ਪੰਜਾਬ ਦੇ ਜਵਾਨ ਬੱਚੇ ਅਮਰੀਕਾ ਦੇ ਕੈਨੇਡਾ ਵੱਲੇ ਕਿਉਂ ਜਾ ਰਹੇ? ਜਦੋਂ ਖਾਲਸੇ ਦਾ ਰਾਜ ਸੀ ਨਾ, ਉਦੋਂ ਇੱਧਰ ਦੇ 1 ਰੁਪਈਏ ਦਾ ਅਮਰੀਕਾ ਜਾ ਕੇ ਕਰੰਸੀ ਦੇ $37 ਬਣਦੇ ਸਨ। ਹੁਣ ਅਮਰੀਕਾ ਦਾ $1 ਪੰਜਾਬ ਲਿਆਂਦਾ ਜਾਵੇ, ਭਾਰਤ ਲਿਆਂਦਾ ਜਾਵੇ ਤੇ 65-70 ਰੁਪਈਏ ਬਣ ਜਾਂਦੇ ਨੇ। ਤੁਸੀਂ ਅੰਦਾਜ਼ਾ ਲਾ ਲਓ ਵੀ ਸਾਡੀ ਕਰੰਸੀ ਕਿੰਨੀ ਗਿਰਾਵਟ ਵਿੱਚ ਚਲੀ ਗਈ ਤੇ ਖਾਲਸਾ ਰਾਜ ਕਿੰਨਾ ਮਹਾਨ ਹੋਏਗਾ। ਐਵੇਂ ਥੋੜਾ ਇੰਗਲੈਂਡ ਦੇ ਅੰਗਰੇਜ਼ ਆ ਕੇ ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਨੌਕਰੀਆਂ ਕਰਦੇ ਰਹੇ। ਇਟਲੀ ਦੇ, ਜਾਪਾਨ ਦੇ, ਕੈਨੇਡਾ ਦੇ, ਅਮਰੀਕਾ ਦੇ ਅੰਗਰੇਜ਼ ਆ ਕੇ ਸ਼ੇਰੇ ਪੰਜਾਬ ਦੇ ਰਾਜ ਵਿੱਚ ਨੌਕਰੀਆਂ ਕਰਦੇ ਰਹੇ, ਪਰ ਇਹ ਰਾਜ ਬਰਬਾਦ ਹੋ। ਖਾਲਸਾ ਰਾਜ ਸਿਖਰਾਂ ਤੇ ਸੀ। ਖਾਲਸਾ ਰਾਜ ਦੀਆਂ ਧੁੰਮਾਂ ਪਈਆਂ ਸਨ। ਅੰਗਰੇਜ਼ ਮੁੰਬਈ ਬੈਠਾ ਹੋਇਆ ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਤੋਹਫੇ ਹਾਜ਼ਰ ਕਰ ਰਿਹਾ ਸੀ। ਜਿਸ ਮੁਹਿੰਮ ਉੱਤੇ ਖਾਲਸਾ ਫੌਜਾਂ ਜਾਂਦੀਆਂ ਸਨ, ਹਰ ਮਿਸ਼ਨ ਵਿੱਚ ਕਾਮਯਾਬੀ ਪ੍ਰਾਪਤ ਹੁੰਦੀ ਸੀ। ਪਸ਼ਾਵਰ ਦੀ ਧਰਤੀ ਤੇ, ਪਸ਼ਾਵਰ ਦੀ ਛਾਉਣੀ ਵਿੱਚ ਕੱਤਕ ਦੇ ਮਹੀਨੇ ਦੇ ਠੰਡੇ ਦਿਨਾਂ ਦੀ ਸ਼ੁਰੂਆਤ ਹੋਈ। ਗੁਰਦੁਆਰਾ ਸਾਹਿਬ ਜਾ ਕੇ ਛਾਉਣੀ ਵਿੱਚ ਗੁਰੂ ਕੇ ਫੌਜੀ ਸਾਹਿਬਾਨਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਔਰ ਬਾਣੀ ਦਾ ਕੀਰਤਨ ਸਰਵਣ ਕਰਨ ਤੋਂ ਬਾਅਦ ਗੁਰੂ ਕੇ ਫੌਜੀ ਸਿੱਖ ਆਪਣੀ ਰਚਨਾ ਤੋਂ ਨਿਤਨੇਮ ਦੀਆਂ ਬਾਣੀਆਂ ਗਾ ਰਹੇ। ਉਹਨਾਂ ਫੌਜੀਆਂ ਵਿੱਚ ਇੱਕ ਨੌਜਵਾਨ ਫੌਜੀ ਜਿਹੜਾ ਨਿਤਨੇਮ ਦੀਆਂ ਬਾਣੀਆਂ ਗਾਉਂਦਾ ਗਾਉਂਦਾ ਆਨੰਦ ਸਾਹਿਬ ਦੇ ਪਾਵਨ ਬਾਣੀ ਤੇ ਜਾ ਪਹੁੰਚਾ। ਅਸਲ ਵਿੱਚ ਉਹ ਬਾਣੀ ਗਾ ਨਹੀਂ ਸੀ ਰਿਹਾ, ਬਾਣੀ ਦਾ ਆਨੰਦ ਲੈ ਰਿਹਾ ਸੀ। ਉਹ ਬਾਣੀ ਦਾ ਆਨੰਦ ਲੈ ਰਿਹਾ ਸੀ ਤੇ ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾਣ ਵਾਲੀ ਇਸ ਸੜਕ ਉੱਤੇ ਨਰੰਗਾਬਾਦ ਦੇ ਰਹਿਣ ਵਾਲਾ ਕਿਹਦੇ ਤੋਂ ਸੀਨੀਅਰ ਅਫਸਰ, ਉਹ ਵੀ ਬੈਠਾ ਬਾਣੀ ਗਾ ਰਿਹਾ ਸੀ, ਪਰ ਇਸ ਨੌਜਵਾਨ ਦੀ ਰਚਨਾ ਤੋਂ ਗਾਈ ਹੋਈ ਬਾਣੀ ਦੇ ਬੋਲ ਉਹਦੇ ਕੰਨਾਂ ਵਿੱਚ ਗੂੰਜ ਰਹੇ। ਨਰੰਗਾਬਾਦ ਦਾ ਸਰਦਾਰ ਦਸੰਧਾ ਸਿੰਘ, ਉਹਦਾ ਜੀ ਤੇ ਕਰਦਾ ਵੀ ਮੈਂ ਵੀ ਬਾਣੀ ਮਨ ਟਿਕਾ ਕੇ ਗਾਵਾਂ, ਪਰ ਮਨ ਟਿਕਾਓ ਵਿੱਚ ਨਹੀਂ ਆਉਂਦਾ। ਨੌਜਵਾਨ ਦੀ ਰਚਨਾ ਤੋਂ ਗਾਈ ਜਾਂਦੀ ਬਾਣੀ ਇਹਦੇ ਕੰਨਾਂ ਵਿੱਚ ਪੈ ਰਹੀ ਤੇ ਆਖਰਕਾਰ ਇਹ ਚੌਂਕੜਾ ਪੁੱਟਿਆ ਉੱਠਿਆ ਤੇ ਬਾਣੀ ਗਾਉਣ ਵਾਲੇ ਉਸ ਗੁਰਸਿੱਖ ਦੇ ਕੋਲ ਜਾ ਬੈਠਾ। ਉਹਦੇ ਕੋਲ ਜਾ ਕੇ ਇਹਨੇ ਬਾਣੀ ਸਰਵਣ ਕੀਤੀ। ਜਦੋਂ ਉਹਨੇ ਭੋਗ ਪਾ ਕੇ ਬਾਣੀ ਨਿਤਨੇਮ ਦੀ ਦਾ ਅਰਦਾਸ ਕੀਤੀ, ਉਹਦੇ ਨਜ਼ਦੀਕ ਬੈਠੇ ਹੋਏ ਸਰਦਾਰ ਦਸੰਧਾ ਸਿੰਘ ਨੇ ਆਖਿਆ, ਭਾਈ ਵੀਰ ਸਿੰਘਾ, ਬਾਣੀ ਦਾ ਰਸਾ ਪ੍ਰਾਪਤ ਕਰ ਰਿਹਾ ਸੀ। ਤੇਰੀ ਰਚਨਾ ਤੋਂ ਗਾਈ ਹੋਈ ਬਾਣੀ ਮੇਰੇ ਰੋਮ ਰੋਮ ਵਿੱਚ ਰਚ ਚੁੱਕੀ ਹੈ, ਮੇਰੇ ਦੇ ਹਿਰਦੇ ਤੱਕ ਉਤਰ ਗਈ। ਯਾਦ ਰੱਖਣਾ, ਬਾਣੀ ਵੀ 2 ਤਰ੍ਹਾਂ ਗਾਈ ਜਾਂਦੀ ਹੈ। ਇੱਕ ਬਾਣੀ ਤਾਂ ਰੋਟੀਆਂ ਦੇ ਕਾਰਨ ਗਾਈ ਜਾਂਦੀ, ਇੱਕ ਬਾਣੀ ਹਿਰਦੇ ਨਾਲ ਗਾਈ ਜਾਂਦੀ। ਜਿਹੜੀ ਬਾਣੀ ਆਤਮਾ ਨਾਲ ਗਾਈ ਜਾਵੇ, ਬਾਣੀ ਦਾ ਸੁਭਾਅ ਹੈ ਜਿੱਥੋਂ ਬਾਣੀ ਆਈ ਹੋਵੇ ਗਾਉਣ ਵਾਲੇ ਨੂੰ ਉੱਥੇ ਲੈ ਜਾਂਦੀ, ਦੁਨੀਆ ਦੀਆਂ ਦਾਤਾਂ ਨਾਲ ਮਾਲਾ ਮਾਲ ਕਰ ਦਿੰਦੀ। ਬਾਣੀ ਤਾਂ ਦਸੰਧਾ ਸਿੰਘ ਵੀ ਗਾ ਰਿਹਾ ਸੀ, ਪਰ ਜਿਹੜੀ ਬਾਣੀ ਵੀਰ ਸਿੰਘ ਗਾ ਰਿਹਾ ਸੀ ਉਹਦਾ ਸੁਭਾਅ ਕੁਝ ਹੋਰ ਸੀ, ਉਸ ਬਾਣੀ ਦਾ ਆਨੰਦ ਕੁਝ ਹੋਰ ਸੀ। ਉਸ ਬਾਣੀ ਵਿੱਚੋਂ ਰਸ ਚੋਰਿਆ ਸੀ। ਬੜਾ ਪ੍ਰਸੰਨ ਹੋਇਆ ਤੇ ਆਖਿਆ, ਤੇਰੀ ਆਤਮਾ ਉੱਤੇ ਨਿਰੰਕਾਰ ਨੇ ਬੜਾ ਵੱਡਾ ਪ੍ਰਭਾਵ ਪਾਇਆ। ਇੱਕ ਗੱਲ ਯਾਦ ਰੱਖ ਔਰ ਮੈਨੂੰ ਦੱਸਣ ਦੀ ਕੋਸ਼ਿਸ਼ ਕਰ ਕਿ ਕਦੇ ਪ੍ਰਭੂ ਪਰਮਾਤਮਾ ਵੱਲੇ ਨੇੜਤਾ ਬਣਾਉਣ ਵਾਸਤੇ ਵੀ ਕੋਸ਼ਿਸ਼ ਕੀਤੀ। ਵੀਰ ਸਿੰਘ ਨੌਜਵਾਨ ਨੇ ਆਖਿਆ, ਸਰਦਾਰ ਦਸੰਧਾ ਸਿੰਘ ਜੀ, ਕੋਸ਼ਿਸ਼ ਤਾਂ ਬੜੀ ਕਰਦੀ ਆ, ਪਰ ਅਜੇ ਤਜਰਬਾ ਨਹੀਂ ਵੀ ਪਰਮੇਸ਼ਰ ਨਾਲ ਮਿਲਾਪ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ। ਸਰਦਾਰ ਦਸੰਧਾ ਸਿੰਘ ਨੇ ਆਖਿਆ, ਵੀਰ ਸਿੰਘ ਜੀ, ਜਿਵੇਂ ਦੁੱਧ ਵਿੱਚ ਘਿਓ ਹੁੰਦਾ ਹੈ, ਇਹਨੂੰ ਕੱਢਣ ਵਾਸਤੇ ਪਹਿਲਾਂ ਜਾਗ ਲਾਉਣੀ ਪੈਂਦੀ ਹੈ, ਕਾੜਨਾ ਪੈਂਦਾ ਹੈ, ਜਾਗ ਲਾਉਣੀ ਪੈਂਦੀ, ਫਿਰ ਮੱਥਣਾ ਪੈਂਦਾ, ਉਸ ਤੋਂ ਬਾਅਦ ਮੱਖਣ ਨਿਕਲਦਾ ਹੈ ਤੇ ਮੱਖਣ ਗਰਮ ਕਰਕੇ ਫਿਰ ਘਿਓ ਤਿਆਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹਰ ਆਤਮਾ ਵਿੱਚ ਪਰਮੇਸ਼ਰ ਦਾ ਵਾਸਾ ਤੇ ਜ਼ਰੂਰ ਹੈ, ਪਰ ਇਹਨੂੰ ਮੱਥਰ ਕੇ ਬਾਹਰ ਕੱਢਣ ਵਾਸਤੇ ਕਿਤੇ ਸੰਤ ਦੀ ਬੜੀ ਜ਼ਰੂਰਤ ਹੁੰਦੀ। ਇਸ ਕਰਕੇ ਕਿਸੇ ਰੱਬ ਦੇ ਪਿਆਰੇ ਦੀ
ਨੇੜਤਾ ਪ੍ਰਾਪਤ ਕਰ ਲਈ ਜਾਵੇ ਤੇ ਪਰਮੇਸ਼ਰ ਨਾਲ ਬੜੀ ਜਲਦੀ ਨਾਲ ਨੇੜਤਾ ਬਣ ਜਾਂਦਾ। ਵੀਰ ਸਿੰਘ ਨੇ ਉਸੇ ਵੇਲੇ ਸਵਾਲ ਕਰਦਿਆਂ ਆਖਿਆ, ਸਰਦਾਰ ਦਸੰਧਾ ਸਿੰਘ ਜੀ, ਤੁਹਾਡੀਆਂ ਨਜ਼ਰਾਂ ਵਿੱਚ ਕੋਈ ਐਸਾ ਧਰਮਾਤਮਾ ਹੈ ਜਿਹੜਾ ਜੁਗਤੀ ਦੱਸੇ ਤੇ ਪਰਮੇਸ਼ਰ ਨਾਲ ਨੇੜਤਾ ਬਣ ਜਾਵੇ? ਸਰਦਾਰ ਦਸੰਧਾ ਸਿੰਘ ਨੇ ਆਖਿਆ, ਵੀਰ ਸਿੰਘ ਜੀ, ਪੁਰੀ ਨਗਰ ਵਿੱਚ ਇੱਕ ਮਹਾਂਪੁਰਸ਼ ਰਹਿੰਦੇ ਨੇ ਜਿਨ੍ਹਾਂ ਦਾ ਨਾਮ ਹੈ ਭਾਗ ਸਿੰਘ। ਭਾਗ ਸਿੰਘ ਨਾਂ ਹੀ ਨਹੀਂ, ਭਾਗਾਂ ਵਾਲੇ ਵੀ ਨੇ, ਤੇ ਜਿਹੜਾ ਉਹਨਾਂ ਦੀ ਸੰਗਤ ਵਿੱਚ ਆ ਜਾਂਦਾ ਉਹ ਵੀ ਭਾਗਾਂ ਵਾਲਾ ਬਣ ਜਾਂਦਾ ਹੈ। ਜਦੋਂ ਕਿਤੇ ਸਬੱਬ ਬਣਿਆ ਬਾਬਾ ਭਾਗ ਸਿੰਘ ਕੁਰੀ ਵਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ, ਉਹਨਾਂ ਦੀ ਸੰਗਤ ਮੰਨਣੀ, ਉਹ ਜਿੱਥੇ ਜਿੱਥੇ ਆਤਮਾ ਨੂੰ ਮੈਲ ਲੱਗੀ ਹੈ ਗੁਰਮਤਿ ਦਾ ਰੇਗ ਮਾਰ ਮਾਰ ਕੇ ਲਾ ਦੇਣਗੇ ਤੇ ਆਤਮਾ ਸਵੱਛ ਹੋ ਜਾਵੇਗੀ, ਪਰਮੇਸ਼ਰ ਨਾਲ ਮਿਲਾਪ ਪੈਦਾ ਹੋ ਜਾਵੇ। ਇਹ ਗੱਲ ਹਮੇਸ਼ਾ ਲਈ ਵੀਰ ਸਿੰਘ ਦੇ ਜੇਨ ਵਿੱਚ ਖੜਕਦੀ ਰਹੀ। ਉਹ ਤਾਂਘ ਰੱਖਦਾ ਰਿਹਾ, ਕਦੋਂ ਵਕਤ ਮਿਲੇ, ਕਦੋਂ ਉਹ ਘੜੀ ਆਵੇ, ਮੈਂ ਬਾਬਾ ਭਾਗ ਸਿੰਘ ਕੁਰੀ ਵਾਲਿਆਂ ਦੇ ਦਰਸ਼ਨ ਕਰਾਂ। ਇਤਿਹਾਸ ਦੇ ਪੰਨੇ ਦੱਸਦੇ ਨੇ, ਇੱਕ ਵਾਰੀ ਵੀਰ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚੋਂ ਛੁੱਟੀ ਲੈ ਕੇ ਪਿੰਡ ਆਇਆ। ਜਦੋਂ ਪਿੰਡ ਆਇਆ ਤੇ ਪਿੰਡ ਵਿੱਚ ਡਾਕਾ ਪੈ ਗਿਆ। ਇਹਦਾ ਪਿੰਡ ਸੀ ਗੱਗੋ ਬੂਆ, ਸਾਡੇ ਨਜ਼ਦੀਕ, ਬਾਬਾ ਵੀਰ ਸਿੰਘ ਦੇ ਨਾਮ ਨਾਲ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ। ਮੈਂ ਬਾਬਾ ਜੀ ਸ਼ਬਦ ਇਸ ਲਈ ਨਹੀਂ ਵਰਤਿਆ ਕਿ ਅਜੇ ਬਾਬਾ ਜੀ ਬਣੇ ਨਹੀਂ। ਇਹ ਵੀਰ ਸਿੰਘ ਆਪਣੇ ਪਿੰਡ ਆਏ, ਡਾਕਾ ਪਿਆ, ਲੋਕ ਦੌੜਨ ਲੱਗੇ। ਵੀਰ ਸਿੰਘ ਨੇ ਡਾਕੂਆਂ ਦਾ ਮੁਕਾਬਲਾ ਕੀਤਾ, ਡਾਕੂ ਲੁੱਟਿਆ ਸਮਾਨ ਵੀ ਛੁੱਟ ਕੇ ਭੱਜ ਗਏ। ਪਿੰਡ ਵਾਲਿਆਂ ਨੇ ਖਬਰ ਕਰਦਿਆਂ ਕਰਦਿਆਂ ਸ਼ੇਰੇ ਪੰਜਾਬ ਤੱਕ ਪਹੁੰਚਾ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਵੀਰ ਸਿੰਘ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਬੜਾ ਵੱਡਾ ਮਾਣ ਤੇ ਸਤਿਕਾਰ ਦਿੱਤਾ ਔਰ ਤਰੱਕੀ ਵੀ ਦਿੱਤੀ। ਇਤਿਹਾਸ ਦੇ ਪੰਨੇ ਦੱਸਦੇ ਨੇ, ਜਦੋਂ ਕਸ਼ਮੀਰ ਫਤਿਹ ਕੀਤੀ, ਇਸ ਵੀਰ ਸਿੰਘ ਨੇ ਕਸ਼ਮੀਰ ਦੀ ਜੰਗ ਵਿੱਚ ਕੋਈ ਐਸਾ ਮੋਰਚਾ ਨਹੀਂ ਜਿਹਦੇ ਵਿੱਚ ਫਤਿਹ ਨਾ ਪ੍ਰਾਪਤ ਕੀਤੀ ਹੋਵੇ। ਇਤਿਹਾਸ ਦੇ ਪੰਨੇ ਦੱਸਦੇ ਨੇ, ਇੱਕ ਦਿਨ ਇਹ 5 ਤਾਰਾ ਪਿੰਡ ਦੇ ਲਾਗੇ ਦੁਸ਼ਮਣਾਂ ਦੀ ਫੌਜ ਵਿੱਚ ਘੇਰੇ ਵਿੱਚ ਆ ਗਏ। ਜਦੋਂ ਦੁਸ਼ਮਣਾਂ ਦੇ ਘੇਰੇ ਵਿੱਚ ਆ ਗਏ, ਹਥਲਾ ਖੰਡਾ ਟੁੱਟ ਕੇ ਧਰਤੀ ਦੇ ਫਲ ਜਾ ਪਿਆ। ਕੋਈ ਚਾਰਾ ਨਾ ਚੱਲਦਾ ਵੇਖ ਕੇ ਮਨ ਹੀ ਮਨ ਉਸੇ ਵੇਲੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ। ਤੇ ਅਰਦਾਸ ਜ਼ਰੂਰੀ ਨਹੀਂ ਵੀ ਲੰਬੇ ਸ਼ਬਦਾਂ ਦੀ ਹੋਵੇ, ਅਰਦਾਸ ਤਾਂ ਮਨ ਜੁਮਣ ਨਾਲ ਹੀ ਦਰ ਤੇ ਪ੍ਰਵਾਨ ਹੋ ਜਾਂਦੀ ਨਾ। ਪਲ ਹੀ ਪਲ ਮਨ ਵਿੱਚ ਅਰਦਾਸ ਕੀਤੀ, ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਦਰ ਤੇ ਪ੍ਰਵਾਨ ਚੜ ਗਈ। ਵੀਰ ਸਿੰਘ ਇਸ ਮਹਿਸੂਸ ਕਰ ਰਹੇ ਸਨ ਜਿਵੇਂ ਦੁਸ਼ਮਣ ਉਹਨਾਂ ਨੂੰ ਵੇਖ ਨਹੀਂ ਰਿਹਾ, ਤੇ ਵੀਰ ਸਿੰਘ ਜਿਵੇਂ ਮੱਖਣ ਵਿੱਚੋਂ ਬਾਹਰ ਨਿਕਲਦਾ ਹੈ, ਵਾਲ ਬਾਹਰ ਨਿਕਲਦਾ, ਇਸ ਤਰ੍ਹਾਂ ਵੀਰ ਸਿੰਘ ਦੀ ਦੁਸ਼ਮਣ ਦੀ ਫੌਜ ਵਿੱਚੋਂ ਬਾਹਰ ਆ ਗਏ। ਜਦੋਂ ਇਸ ਤਰ੍ਹਾਂ ਕਲਗੀ ਵਾਲੇ ਪਾਤਸ਼ਾਹ ਨੇ ਸੁਰੱਖਿਅਤ ਬਾਹਰ ਕੱਢ ਦਿੱਤਾ, ਵੀਰ ਸਿੰਘ ਨੇ ਵਿਚਾਰਿਆ ਜਿਹੜੇ ਦਾਤੇ ਨੇ ਮਿਹਰ ਕੀਤੀ ਉਹਦੀ ਬੰਦਗੀ ਵੀ ਕਰਨੀ ਚਾਹੀਦੀ। ਇਸ ਕਰਕੇ ਫੌਜ ਵਿੱਚੋਂ ਨਾਵਾਂ ਤੜਵਾ ਕੇ ਪਿੰਡ ਆ ਗਏ। ਪਿੰਡ ਵਿੱਚ ਸੰਗਤ ਆਈ, ਬਰਸਾਤ ਪੈ ਰਹੀ ਸੀ। ਇਸੇ ਵੀਰ ਸਿੰਘ ਨੇ ਜਦੋਂ ਬਾਲਣ ਭਿੱਜ ਗਿਆ, ਬਾਲਣ ਦੀ ਥੁੜੋਂ ਆ ਗਈ, ਆਪਣੇ ਕੋਠੇ ਦੀਆਂ ਕੜੀਆਂ ਲਾ ਕੇ ਲੋਹ ਥੱਲੇ ਬਾਲ ਦਿੱਤੀਆਂ। ਮਾਤਾ ਧਰਮ ਕੌਰ ਨੇ ਗਿਲੇ ਵਿੱਚ ਆ ਕੇ ਆਖਿਆ, ਵੀਰ ਸਿੰਘਾ, ਜਦੋਂ ਤੂੰ ਨੌਕਰੀ ਕਰਦਾ ਸਾਂ ਉਦੋਂ ਵੀ ਤੇਰਾ ਕੋਈ ਪੈਸਾ ਨਹੀਂ ਖਾਦਾ, ਹੁਣ ਕਿਹੜਾ ਤੇਰਾ ਕੁਝ ਖਾਣਾ ਹੈ, ਜਿਹੜੇ ਪਾਸੇ ਤੇਰਾ ਮੂੰਹ ਚਲੇ ਜਾ, ਸਾਨੂੰ ਕੋਈ ਇਤਰਾਜ਼ ਨਹੀਂ। ਹੱਥ ਬੰਨ ਕੇ ਆਖਿਆ, ਜਦੋਂ ਮਾਂ ਆਗਿਆ ਦੇ ਦੇਵੇ ਫਿਰ ਪੁੱਤਰ ਨੂੰ ਜਾਣਾ ਚਾਹੀਦਾ ਹੈ। ਮੇਰੇ ਵਾਸਤੇ ਤੁਹਾਡਾ ਹੁਕਮ ਖੁਦਾਈ ਹੁਕਮ ਹੈ ਮਾਤਾ ਜੀ। ਮਾਂ ਜੀ ਦੀ ਆਗਿਆ ਮੰਨ ਕੇ ਵੀਰ ਸਿੰਘ ਕੰਨਾਂ ਵਿੱਚ ਬੋਲ ਗੂੰਜ ਰਹੇ ਸਨ ਸਰਦਾਰ ਦਸੰਧਾ ਸਿੰਘ ਦੇ, ਜਿਹਨੂੰ ਚੰਦਾ ਸਿੰਘ ਵੀ ਆਖਿਆ ਜਾਂਦਾ ਹੈ, ਨਰੰਗਾਬਾਦ ਵਾਲੇ ਦੇ। ਜਦੋਂ ਕਿਤੇ ਵਕਤ ਮਿਲਿਆ ਬਾਬਾ ਭਾਗ ਸਿੰਘ ਕੁਰੀ ਵਾਲਿਆਂ ਦੀ ਸ਼ਰਨ ਵਿੱਚ ਜਾਇਓ। ਚਲਦੇ ਚਲਦੇ ਕੁਰੀ ਪਿੰਡ ਪਹੁੰਚ ਗਏ। ਬਾਬਾ ਭਾਗ ਸਿੰਘ ਜੀ ਦੇ ਚਰਨ ਫੜ ਲਏ, ਸੇਵਾ ਵਿੱਚ ਜੁੜ ਗਏ। ਮਹਾਂਪੁਰਸ਼ਾਂ ਨੇ ਗੁਰਮਤਿ ਦਾ ਗਿਆਨ ਦਿੱਤਾ, ਨਾਮ ਜਪਦਿਆਂ ਜਪਦਿਆਂ ਉੱਚੀ ਉਪਾਧੀ ਹਾਸਲ ਕਰ ਲਈ। ਫਿਰ ਬਾਬਾ ਭਾਗ ਸਿੰਘ ਨੇ ਆਖਿਆ, ਵੀਰ ਸਿੰਘ ਜੀ ਤੁਸੀਂ ਇੰਜ ਕਰਨਾ, ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਦੀ ਪਾਵਨ ਧਰਤੀ ਤੇ ਗੁਰਮਤਿ ਦਾ ਸੰਦੇਸ਼ ਦੇ ਰਹੇ ਨੇ, ਜਿਹੜੀ ਥੋੜੀ ਬਾਲੀ ਕਸਰ ਰਹਿ ਗਈ ਉਹ ਬਾਬਾ ਸਾਹਿਬ ਸਿੰਘ ਜੀ ਕੱਢ ਦੇਣਗੇ, ਤੁਹਾਨੂੰ ਉੱਥੇ ਜਾਣਾ ਚਾਹੀਦਾ ਹੈ। ਸ਼ਿਸ਼ ਨੇ ਆਪਣੇ ਮੁਰਸ਼ਿਦ ਦੀ ਆਗਿਆ ਮੰਨ ਕੇ ਊਨਾ ਸਾਹਿਬ ਦੀ ਧਰਤੀ ਤੇ ਜਾ ਟਿਕਾਣਾ ਕੀਤਾ। ਬਾਬਾ ਸਾਹਿਬ ਸਿੰਘ ਬੇਦੀ ਨੇ ਜੇ ਕਿਤੇ ਥੋੜੀ ਬਾਲੀ ਮਨ ਵਿੱਚ ਕਿਤੇ ਰਿਆਤ ਸੀ ਉਹ ਵੀ ਸਾਫ਼ ਕਰ ਦਿੱਤੀ। ਜਦੋਂ ਗੁਰਮਤਿ ਵਿੱਚ ਸਪੰਨ ਕਰ ਦਿੱਤਾ ਆਪਣੇ ਇਸ ਪਿਆਰੇ ਸਿੱਖ ਨੂੰ, ਫਿਰ ਹੁਕਮ ਕੀਤਾ ਵੀ ਆਪ ਮਾਝੇ ਦੀ ਧਰਤੀ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਇਤਿਹਾਸ ਦੇ ਪੰਨੇ ਦੱਸਦੇ ਨੇ, ਇਹ ਚਲਦੇ ਚਲਦੇ ਊਨੇ ਦੀ ਧਰਤੀ ਤੋਂ ਮਾਝੇ ਦੀ ਧਰਤੀ ਤੇ ਆ ਗਏ। ਕੋਈ ਪੰਡੋਰੀ ਪਿੰਡ ਸੀ ਜਿੱਥੇ ਆ ਕੇ ਟਿਕਾਣਾ ਕੀਤਾ। ਮਾਝੇ ਵਿੱਚ ਪੰਡੋਰੀਆਂ ਬਹੁਤ ਨੇ, ਪਤਾ ਨਹੀਂ ਕਿਹੜੀ ਪੰਡੋਰੀ ਵਿੱਚ ਆਏ, ਇਤਿਹਾਸ ਨੂੰ ਇਸ ਗੱਲ ਤੋਂ ਕੋਈ ਬਹੁਤੀ ਜਾਣਕਾਰੀ ਨਹੀਂ। ਜਦੋਂ ਇਹ ਪੰਡੋਰੀ ਆ ਕੇ ਠਹਿਰੇ, ਇਹਨਾਂ ਨੇ ਗੁਰਮਤਿ ਦਾ ਗਿਆਨ ਦ੍ਰਿੜ ਕਰਾਉਣਾ ਆਰੰਭ ਕੀਤਾ। ਗੁਰਸਿੱਖ ਇਹਨਾਂ ਦੇ ਨਜ਼ਦੀਕ ਆਉਣੇ ਆਰੰਭ ਹੋਏ। ਸਰਦਾਰ ਦਸੰਧਾ ਸਿੰਘ ਵੀ ਉਹਨਾਂ ਚਿਰ ਨੂੰ ਆਪਣੀ ਨੌਕਰੀ ਛੱਡ ਕੇ ਪਿੰਡ ਆ ਚੁੱਕੇ ਸਨ, ਜਾਣੀ ਉਹਨਾਂ ਪੈਨਸ਼ਨ ਪਾ ਚੁੱਕੇ ਸਨ। ਜਦੋਂ ਪਿੰਡ ਆਏ ਤੇ ਉਹਨਾਂ ਦੇ ਕੰਨਾਂ ਵਿੱਚ ਬੋਲ ਪਏ ਵੀ ਪੰਡੋਰੀ ਪਿੰਡ ਵਿੱਚ ਇੱਕ ਵੀਰ ਸਿੰਘ ਨਾਮੀ ਸੰਤ ਆਇਆ, ਉਹਦੀ ਰਸਨਾ ਤੋਂ ਨਿਕਲਿਆ ਬੋਲ ਕਦੇ ਖਾਲੀ ਨਹੀਂ ਜਾਂਦਾ, ਉਹ ਗੁਰਮਤਿ ਦਾ ਗੂੜਾ ਗਿਆਨ ਦਿੰਦਾ। ਤੇ ਦਿਲ ਵਿੱਚ ਗੱਲ ਵੱਜੀ ਵੀ ਉਹੀ ਵੀਰ ਸਿੰਘ ਨਾ ਹੋਏ ਜਿਹਨੂੰ ਬਾਬਾ ਭਾਗ ਸਿੰਘ ਕੁਰੀ ਵਾਲਿਆਂ ਕੋਲ ਭੇਜਿਆ ਸੀ। ਦਰਸ਼ਨਾਂ ਦੀ ਤਲਬ ਹਿਰਦੇ ਨੂੰ ਪਰੇਸ਼ਾਨ ਕਰਨ ਲੱਗੀ। ਚਲਦੇ ਚਲਦੇ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਨਜ਼ਦੀਕ ਜਾ ਪਹੁੰਚੇ।
ਬਾਬਾ ਜੀ ਨੇ ਦਸੰਧਾ ਸਿੰਘ ਨੂੰ ਪਛਾਣ ਲਿਆ, ਦਸੰਧਾ ਸਿੰਘ ਨੇ ਵੀਰ ਸਿੰਘ ਨੂੰ ਪਛਾਣ ਲਿਆ। ਦਸੰਧਾ ਸਿੰਘ ਨੂੰ ਸਾਰੀ ਕਹਾਣੀ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਦੱਸੀ। ਫਿਰ ਦਸੰਧਾ ਸਿੰਘ ਨੇ ਹੱਥ ਬੰਨ੍ਹ ਕੇ ਆਖਿਆ, ਬਾਬਾ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਇੱਕ ਸਨਮਰ ਬੇਨਤੀ ਕਰਦਾ ਹਾਂ। ਮੇਰੇ ਪਿੰਡ ਤੋਂ ਪਹਾੜ ਦੀ ਬਾਈ ਮੇਰੇ ਖੇਤ ਨੇ, ਮੇਰੇ ਖੇਤਾਂ ਵਿੱਚ ਇੱਕ ਤੁਹਾਡੇ ਵਾਸਤੇ ਕੁਟੀਆ ਬਣਾ ਦਿੱਤੀ ਜਾਵੇਗੀ। ਆਪ ਉੱਥੇ ਟਿਕਾਣਾ ਕਰੋ ਤੇ ਗੁਰਮਤਿ ਦਾ ਪ੍ਰਚਾਰ ਕਰੋ। ਸਰਦਾਰ ਦਸੰਧਾ ਸਿੰਘ ਦੀ ਬੇਨਤੀ ਸਵੀਕਾਰ ਕਰਕੇ ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਬਾਦ ਤੋਂ ਪਹਾੜ ਦੀ ਬਾਈ ਦਸੰਧਾ ਸਿੰਘ ਦੇ ਖੇਤਾਂ ਵਿੱਚ ਆ ਕੇ ਟਿਕਾਣਾ ਕਰ ਲਿਆ। ਉਹਨੇ ਕੁਟੀਆ ਬਣਾ ਦਿੱਤੀ ਤੇ ਗੁਰਮਤਿ ਦਾ ਪ੍ਰਚਾਰ ਆਰੰਭ ਕਰ ਦਿੱਤਾ। ਇਤਿਹਾਸ ਦੇ ਪੰਨੇ ਦੱਸਦੇ ਨੇ ਇੱਥੇ ਕਿਸੇ ਜਾਤ ਨਾਲ ਸੰਬੰਧ ਰੱਖਣ ਵਾਲਾ ਬੰਦਾ ਹੋਵੇ, ਬਾਬਾ ਜੀ ਦੇ ਲੰਗਰ ਵਿੱਚੋਂ ਛਕਣ ਲਈ ਪ੍ਰਸ਼ਾਦਾ ਮਿਲਦਾ ਸੀ। ਬਾਬਾ ਜੀ ਬੜਾ ਸਨੇਹ ਕਰਦੇ ਸਨ। ਦੂਰ ਦਰਾਡੇ ਤੋਂ ਲੋਕ ਆ ਕੇ ਇਸ ਦਰ ਤੋਂ ਖਰਾਦ ਮੰਗਣ ਲਈ ਝੋਲੀਆਂ ਭਰ ਕੇ ਜਾਂਦੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਸੇ ਖੁਨਾਮੀ ਕਾਰਨ ਕਿਸੇ ਸਰਦਾਰ ਨੂੰ ਰਾਜ ਦੇ ਅਹੁਦੇ ਤੋਂ ਵੱਖਰਾ ਕਰ ਦਿੰਦੇ ਸੀ। ਬਾਬਾ ਵੀਰ ਸਿੰਘ ਜੀ ਚਿੱਠੀ ਲੈ ਕੇ ਦੇ ਦਿੰਦੇ ਸਨ। ਮਹਾਰਾਜਾ ਜੀ ਨੇ ਕਦੇ ਅਮੋੜ ਨਹੀਂ ਸੀ ਕੀਤਾ, ਹਰ ਹੁਕਮ ਦੀ ਪਾਲਣਾ ਕਰਿਆ ਕਰਦੇ ਸਨ। ਇੱਕ ਵਾਰੀ ਸ਼ੇਰੇ ਪੰਜਾਬ ਦਾ ਜੀ ਕੀਤਾ ਵੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਈਏ। ਮਹਾਰਾਜਾ ਜੀ ਵੱਲੇ ਸੁਨੇਹਾ ਭੇਜਿਆ। ਮਹਾਰਾਜਾ ਜੀ ਨੇ ਬਾਬਾ ਜੀ ਵੱਲੇ ਸੁਨੇਹਾ ਭੇਜਿਆ ਵੀ ਮੈਂ ਤੁਹਾਡੇ ਦਰਸ਼ਨਾਂ ਦੀ ਤਲਬ ਰੱਖਦਾ ਹਾਂ। ਬਾਬਾ ਜੀ ਨੇ ਆਖਿਆ ਇੱਕ ਤਾਂ ਆਪਣੇ ਕਦਮਾਂ ਨਾਲ ਚੱਲ ਕੇ ਆਉਣਾ, ਤੇ ਦੂਜੀ ਗੱਲ ਵੀ ਪੰਗਤ ਵਿੱਚ ਬਹਿ ਕੇ ਲੰਗਰ ਛਕਣਾ, ਆਪਣੇ ਆਪ ਨੂੰ ਵਿਖਾਉਣਾ ਨਾ ਵੀ ਮੈਂ ਮਹਾਰਾਜਾ। ਤੇ ਤੀਜੀ ਗੱਲ ਯਾਦ ਰੱਖਣੀ ਵੀ ਦਾਨ ਲਈ ਇੱਕ ਕੌਡੀ ਵੀ ਲੰਗਰ ਵਿੱਚ ਨਹੀਂ ਦੇਣੀ। ਮਹਾਰਾਜਾ ਰਣਜੀਤ ਸਿੰਘ ਨੇ ਸ਼ਰਤਾਂ ਪ੍ਰਵਾਨ ਕਰ ਲਈਆਂ। ਪਿਛਾਂੋਂ ਹੀ ਆਪਣੇ ਘੋੜੇ ਤੋਂ ਤੁਰ ਪਏ, ਪੈਰਾਂ ਦਾ ਜੋੜਾ ਉਤਾਰ ਲਿਆ। ਚਲਦੇ ਚਲਦੇ ਬਾਬਾ ਵੀਰ ਸਿੰਘ ਦੀ ਸੰਗਤ ਵਿੱਚ ਜਾ ਪਹੁੰਚੇ। ਜਾ ਮਹਾਂਪੁਰਸ਼ਾਂ ਦੇ ਚਰਨ ਪਰਸੇ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ। ਆਪਣਾ ਇਜ਼ਹਾਰ ਨਹੀਂ ਕੀਤਾ ਵੀ ਮੈਂ ਪੰਜਾਬ ਦਾ ਬਾਦਸ਼ਾਹ ਹਾਂ, ਵਿਖਾਵਾ ਨਹੀਂ ਕੀਤਾ। ਇੱਕ ਸੇਵਕ ਬਣ ਕੇ ਬਾਬਾ ਜੀ ਦੀ ਸੇਵਾ ਵਿੱਚ ਜੁੜੇ ਰਹੇ। ਜਦੋਂ ਬਾਬਾ ਜੀ ਦੇ ਡੇਰੇ ਨੂੰ ਵੇਖਿਆ, ਕਾਨਿਆਂ ਦੀਆਂ ਬਣੀਆਂ ਹੋਈਆਂ ਛੱਪਰੀਆਂ ਵੇਖੀਆਂ, ਜੀ ਕੀਤਾ ਵੀ ਇਹ ਡੇਰਾ ਪੱਕਾ ਬਣਨਾ ਚਾਹੀਦਾ। ਤੇ ਆਖਿਆ, ਬਾਬਾ ਜੀ ਮੈਂ ਮਹਾਰਾਜਾ ਹੋ ਕੇ ਨਹੀਂ, ਇੱਕ ਸੇਵਾਦਾਰ ਬਣ ਕੇ ਬੇਨਤੀ ਕਰਦਾ ਹਾਂ ਕਿ ਥੋੜੀ ਜਿਹੀ ਮਾਇਆ ਤੁਹਾਨੂੰ ਭੇਟਾ ਕੀਤੀ ਜਾਵੇਗੀ। ਆਪ ਡੇਰਾ ਚੰਗੀ ਤਰ੍ਹਾਂ ਆਬਾਦ ਕਰ ਲਓ, ਇੱਥੇ ਪੱਕੇ ਮਕਾਨ ਬਣਾ ਲਓ, ਪੱਕੇ ਕਮਰੇ ਪਾ ਲਓ। ਬਾਬਾ ਵੀਰ ਸਿੰਘ ਸਾਹਿਬ ਜੀ ਨੇ ਜਵਾਬ ਦੇ ਦਿਆ, ਆਖਿਆ, ਓਏ ਸ਼ੇਰੇ ਪੰਜਾਬ, ਅਕਾਲ ਪੁਰਖ ਨੇ ਤੈਨੂੰ ਪੰਜਾਂ ਤੇ ਤੈਨੂੰ ਧਰਤੀ ਦਾ ਰਾਜ ਬਖਸ਼ਿਆ। ਤੂੰ ਲੋਕਾਂ ਤੇ ਰਾਜ ਕਰ, ਸਾਨੂੰ ਪੰਜਾਂ ਤੇ ਰਾਜ ਕਰਨ ਦੀ ਸਮਰੱਥਾ ਬਖਸ਼ੀ ਹੈ। ਅਸੀਂ ਪੰਜਾਂ ਤੇ ਰਾਜ ਕਰਨਾ ਹੈ, ਤੇਰੀ ਇੱਕ ਕੌਡੀ ਦੀ ਵੀ ਜ਼ਰੂਰਤ ਨਹੀਂ। ਡੇਰਾ ਆਪਣੇ ਆਪ ਹੀ ਚੰਗਾ ਬਣ ਜਾਵੇਗਾ। ਇਤਿਹਾਸ ਦੇ ਪੰਨੇ ਦੱਸਦੇ ਮਹਾਰਾਜਾ ਜੀ ਕੁਝ ਸਮਾਂ ਉੱਥੇ ਬਿਤਾਉਣ ਤੋਂ ਬਾਅਦ ਜਦੋਂ ਵਾਪਸ ਗਏ, ਸੇਵਾਦਾਰਾਂ ਨੇ ਆਖਿਆ, ਬਾਬਾ ਜੀ ਮਹਾਰਾਜਾ ਜੀ ਮਾਇਆ ਦੇ ਰਹੇ ਸਨ, ਡੇਰਾ ਵਧੀਆ ਬਣ ਜਾਂਦਾ। ਬਾਬਾ ਜੀ ਨੇ ਆਖਿਆ, ਜਿਹੜੇ ਬਾਬੇ ਨਾਨਕ ਦਾ ਘਰ ਉਹਨੇ ਆਪਣੇ ਸਮੇਂ ਨਾਲ ਵਧੀਆ ਬਣਾ ਲੈਣਾ। ਆਪਣੇ ਸੇਵਾਦਾਰਾਂ ਨੂੰ ਹੁਕਮ ਕੀਤਾ ਵੀ ਆਪਣੇ ਘਰ ਵਿੱਚੋਂ 5-5 ਇੱਟਾਂ ਪਕਾ ਕੇ ਲਿਆਓ, 5-5 ਇੱਟਾਂ ਨਾਨਕਸ਼ਾਹੀ ਇੱਟਾਂ ਪਕਾ ਕੇ ਲਿਆਓ, ਡੇਰਾ ਵੱਡਾ ਬਣਾਇਆ ਜਾਵੇਗਾ। ਬਾਬਾ ਜੀ ਦੀ ਆਗਿਆ ਮੁਤਾਬਕ ਸਿੱਖਾਂ ਨੇ ਆਪਣੇ ਘਰਾਂ ਵਿੱਚੋਂ 5-5 ਇੱਟਾਂ ਤਿਆਰ ਕਰਕੇ ਲਿਆਂਦੀਆਂ। ਤੇ ਜਿਹੜਾ ਕਿਲਾ ਨੁਮਾ ਡੇਰਾ ਬਾਬਾ ਜੀ ਦਾ ਬਣਿਆ, ਜਿਹਦਾ ਕੁਝ ਹਿੱਸਾ ਅਜੇ ਵੀ ਦੇਖਣ ਲਈ ਮਿਲਦਾ ਹੈ ਨਰੰਗਾਬਾਦ ਦੀ ਪਾਵਨ ਧਰਤੀ ਤੇ, ਇਹ ਬਾਬਾ ਜੀ ਨੇ ਉਸਾਰਿਆ। ਅੰਦਾਜ਼ਾ ਲਾ ਕੇ ਵੇਖੋ ਵੀ ਇੱਕ ਘਰ ਵਿੱਚੋਂ 5 ਇੱਟਾਂ ਆਈਆਂ ਨਾਨਕਸ਼ਾਹੀ, ਉਹ ਦੂਜੀ ਇੱਟ ਨਾਲੋਂ ਤਕਰੀਬਨ ਉਹਦੀਆਂ ਨਾਨਕਸ਼ਾਹੀ ਇੱਟ ਦੀਆਂ 3 ਇੱਟਾਂ ਨਾਨਕਸ਼ਾਹੀ ਬਣ ਜਾਂਦੀਆਂ ਅੱਜ ਦੀ ਇੱਟ ਦੀਆਂ। ਤੇ ਇੱਕ ਘਰ ਵਿੱਚੋਂ 5 ਆਈਆਂ। ਦੇ ਅੰਦਾਜ਼ਾ ਲਾਓ ਵੀ ਕਿੰਨੇ ਘਰ ਸਨ ਜਿਹੜੇ ਬਾਬਾ ਜੀ ਦੇ ਚਰਨਾਂ ਨਾਲ ਪਿਆਰ ਰੱਖਦੇ ਸਨ, ਕਿੰਨੇ ਸਿੱਖ ਸਨ ਜਿਹੜੇ ਸ਼ਰਧਾਲੂ ਸਨ। ਉਹ ਬਾਬਾ ਵੀਰ ਸਿੰਘ ਸਾਹਿਬ ਜੀ ਸਿੱਖ ਰਾਜ ਦੇ ਬੜੇ ਵੱਡੇ ਵਫਾਦਾਰ ਸਨ, ਹਾਮੀ ਸਨ। ਉਹ ਆਪਣੇ ਕਮਰੇ ਵਿੱਚ ਨਰੰਗਾਬਾਦ ਦੀ ਪਾਵਨ ਧਰਤੀ ਤੇ ਬੈਠੇ ਹੋਏ ਸਿੱਖਾਂ ਨਾਲ ਵਿਚਾਰ ਕਰ ਰਹੇ ਨੇ। ਇੰਜ ਲੱਗਦਾ ਹੈ ਜਿਵੇਂ ਖਾਲਸਾ ਰਾਜ ਤੇ ਚੁਬਲਦਾ ਸੁਹਾਗਾ ਵੱਜਣ ਵਾਲਾ। ਸਰਦਾਰ ਲਾਲਚੀ ਹੋ ਗਏ, ਕਿਸੇ ਨੂੰ ਕੈਂਠੇ ਦਾ ਲਾਲਚ, ਕਿਸੇ ਨੂੰ ਬੁਤਕੀਆਂ ਦਾ ਲਾਲਚ। ਮਹਾਰਾਜਾ ਰਣਜੀਤ ਸਿੰਘ ਨੂੰ ਅਨੇਕਾਂ ਵਾਰੀ ਵਰਜਦੇ ਰਹੇ, ਮਹਾਰਾਜਾ ਜੀ ਡੋਗਰਿਆਂ ਨੂੰ ਚਾਂਬਲ ਨਾ ਚੜਾਓ, ਇਹ ਪੱਥਰ ਦੀ ਧਰਤੀ ਦੇ ਪੈਦਾ ਹੋਏ, ਪੱਥਰਾਂ ਵਿੱਚ ਪੈਦਾ ਹੋਏ, ਪੱਥਰਾਂ ਦਾ ਪਾਣੀ ਪੀਤਾ। ਇਹਨਾਂ ਦੇ ਹਿਰਦੇ ਵਿੱਚ ਨਿਰਮਲਤਾ ਹੀ ਨਹੀਂ, ਇਹ ਪੱਥਰਾਂ ਵਰਗੇ ਨੇ, ਇਹ ਲਿਹਾਜ਼ ਨਹੀਂ ਕਰਨਗੇ, ਇਹਨਾਂ ਨੂੰ ਉੱਚੀ ਸ਼ਖਸੀਅਤ ਨਹੀਂ ਦੇਣੀ ਚਾਹੀਦੀ। ਪਰ ਮਹਾਰਾਜਾ ਰਣਜੀਤ ਸਿੰਘ ਕਦ ਸਾਡੀ ਸੁਣਦਾ ਸੀ। ਅੱਜ ਵੇਖ ਲਓ, ਕੋਈ ਅੱਜ ਤਖਤ ਤੇ ਬੈਠਾ ਨਜ਼ਰ ਆਉਂਦਾ, ਕੱਲ ਉਹਦਾ ਸੇਵਾ ਬਲਦਾ ਨਜ਼ਰ ਆ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਸਿੱਖਾਂ ਨਾਲ ਇਸ ਤਰ੍ਹਾਂ ਵਿਚਾਰਾਂ ਕਰ ਰਹੇ ਸਨ। ਚੋਬਦਾਰ ਡਿਉੜੀ ਤੋਂ ਦੌੜਦਾ ਗਿਆ, ਬਾਬਾ ਜੀ ਨਾਲ ਫਤਿਹ ਸਾਂਝੀ ਕਰਕੇ ਆਖਣ ਲੱਗਾ, ਬਾਬਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸ਼ਹਿਜ਼ਾਦਾ ਕਮਰ ਕਸ਼ਮੀਰਾ ਸਿੰਘ ਦਰਵਾਜ਼ੇ ਤੇ ਆਇਆ ਤੇ ਬਾਬਾ ਜੀ ਤੁਹਾਨੂੰ ਮਿਲ ਕੇ ਆਪਣਾ ਦੁੱਖ ਸਾਂਝਾ ਕਰਨਾ ਚਾਹੁੰਦਾ ਹੈ। ਮਹਾਂਪੁਰਸ਼ਾਂ ਦੇ ਸਰਵਣਾ ਵਿੱਚ ਸ਼ਬਦ ਪਏ, ਕਦਮਾਂ ਵਿੱਚ ਜੋੜਾ ਵੀ ਨਹੀਂ ਪਾਇਆ। ਉਸੇ ਵੇਲੇ ਉੱਠੇ, ਚਲਦੇ ਚਲਦੇ ਡਿਉੜੀ ਦੇ ਦਰਵਾਜ਼ੇ ਤੇ ਆਏ। ਫਕੀਰਾਂ ਦੇ ਹਾਲਾਤ ਵਿੱਚ ਫਟੀ ਹੋਈ ਪਿਸ਼ਾਕ ਨਾਲ, ਘੱਟੇ ਨਾਲ ਪੈਰਾਂ ਤੋਂ ਸਿਰ ਤੱਕ ਭਰਿਆ ਹੋਇਆ ਕਮਰ ਕਸ਼ਮੀਰਾ ਸਿੰਘ ਬਾਬਾ ਜੀ ਦੀ ਨਜ਼ਰ ਪਿਆ। ਬਾਬਾ ਜੀ ਨੇ ਆਪਣੀ ਰਚਨਾ ਤੋਂ ਆਖਿਆ, ਓਏ ਸ਼ੇਰੇ ਪੰਜਾਬ ਦਾ ਸ਼ਹਿਜ਼ਾਦਾ ਹੋ ਕੇ ਫਕੀਰਾਂ ਦੇ ਹਾਲਾਤ ਵਿੱਚ ਇਹ ਵਾਕਿਆਤ ਕਿਵੇਂ ਵਾਪਰੇ। ਬਸ ਬਾਬਾ ਜੀ ਦੀ ਰਚਨਾ ਤੋਂ ਸ਼ਬਦ ਨਿਕਲਣ ਦੀ ਦੇਰ ਸੀ। ਜਿਵੇਂ ਮੁਰਤਾਂ ਤੋਂ ਬਾਅਦ ਪ੍ਰਦੇਸ਼ ਵਿੱਚੋਂ ਆਇਆ ਬੱਚਾ ਆਪਣੇ ਬਾਪੂ ਦੇ ਗਲ ਲੱਗ ਕੇ ਧਾਈ ਮਾਰ ਕੇ ਰੋਂਦਾ ਹੈ,
ਬਾਬਾ ਵੀਰ ਸਿੰਘ ਵੱਲੇ ਵਧਿਆ ਕੰਵਰ ਕਸ਼ਮੀਰਾ ਸਿੰਘ ਘੁੱਟ ਕੇ ਲੱਕ ਨੂੰ ਗਲਵਕੜੀ ਪਾ ਲਈ, ਘੁੱਟ ਕੇ ਗਲ ਨੂੰ ਚੰਬੜ ਗਿਆ। ਬਾਬਾ ਜੀ ਦੇ ਮੋਢੇ ਤੇ ਆਪਣਾ ਸਿਰ ਰੱਖ ਕੇ ਤਾਈ ਮਾਰ ਕੇ ਆਪਣੀ ਦੁੱਖ ਭਰੀ ਦਾਸਤਾਨ ਦੱਸ ਰਿਹਾ ਬਾਬਾ ਵੀਰ ਸਿੰਘ ਸਾਹਿਬ ਜੀ ਨੂੰ। ਤਵੱਜੋ ਦੇ ਕੇ ਸਰਵਣ ਕਰਨਾ ਜੀ। ਸ਼ੇਰੇ ਪੰਜਾਬ ਦਾ ਸ਼ਹਿਜ਼ਾਦਾ ਕੰਵਰ ਕਸ਼ਮੀਰਾ ਸਿੰਘ ਨਰੰਬਿਆਬਾਦ ਦੀ ਪਾਵਨ ਧਰਤੀ ਤੇ ਬਾਬਾ ਵੀਰ ਸਿੰਘ ਦੇ ਮੋਢੇ ਨਾਲ ਲੱਗਾ ਹੋਇਆ ਆਪਣੀ ਦੁੱਖ ਭਰੀ ਦਾਸਤਾਨ ਇਹਨਾਂ ਸ਼ਬਦਾਂ ਨਾਲ ਇਉਂ ਦੱਸ। कह रहा सी बाबा साहब जी बड़ा दुखियार हाँ मैं, मेरी फौज मैदान छड़ नस गई ते गया विच लड़ाई दे हार हाँ मैं। मेरी रानी बिन पानी दे तड़पदी डाडा इसलिए भी आवाजार हाँ मैं, दर्दी उस दी जान बचाओ छेती रेहा दर ते अर्ज गुजार हाँ मैं। नैनो छम छम वैर आए, नैनो छम छम वैर आए, बाबा जी दे मोढे लग के कश्मीरा सिंह कह रहा है, कश्मीरा सिंह कह रहा है। हीरा सिंह दा सताया, हीरा सिंह दा सताया, शाम कोटो रात नस के तुहाडे चरना च आया, तुहाडे चरना च आया। मेरी रानी नू ले आओ बाबा जी, मेरी रानी नू ले आओ बाबा जी, पानी बिना
बाबा जी, जिंदी उस दी बचाओ बाबा जी। किते मिलती न ठोइए, किते मिलती न ठोइए, तुसा दे बगैर बाबा जी साडा आसरा न कोई, मेरा आसरा न कोई, मेरा आसरा न कोई। बाबा वीर सिंह नाल कंवर कश्मीरा सिंह अपना दुख साझा कर रहे नरंगाबाद की पावन धरती ते। गुरप्रवासी ਗਿਆਨੀ ਪਿਆਰਾ ਸਿੰਘ जी पंछी उन्हों की कलम तो लिखे बोल आप जी शरण कर रहे सी। वो दस रहा सी मैं सियालकोट के किले चो चोरी नसिया। गुलाब सिंह डोगरे ने हीरा सिंह के आखे ला के फौजां भेजियां, फौज कशी हुई, मैं मैदान में हार गया तो अपनी कंवराणी नूं नाल लैके दौड़िया जिंदगी बचाउण वास्ते। दसदियां दसदियां कह रहा सी 2 सिपाही ते 1 गोली नूं नाल लैके असीं नस्से। कंवराणी गर्भवती सी, उन्होंने बच्चा पैदा होने वाला सी। रस्ते में परेशानी ने बड़ा परेशान किया। एक मलाह की झुग्गी में कंवराणी ने बच्चे को जन्म दिता। मलाह ते मलाणम माई ताबो ने साडा बड़े वड्डी इमदाद ते मदद की। तुहाडे डेरे का आसरा तक के आ रहे सां। रस्ते में कंवराणी ने पानी की मंग की ते पानी पानी कहंदी धरती ते डिग पई, बेहोश है। तुहाडे तो बिना साडा कोई आसरा नहीं ते बाबा जी मैं बेनती करदा कंवराणी नूं जल्दी नाल पालकी भेज के अपने डेरे विच मंगाया जाए। बाबा जी ने उस वेले सेवादार भेजे। कंवराणी नूं पालकी विच लटा के बाबा जी के डेरे लिआंदा गया। पैरां ते हत्थां दीयां तलियां चस्सियां गईयां, दुध विच घिओ फैंड के ममियाई पियाई गई। कंवराणी होश विच आई। फिर कंवर कश्मीरा सिंह सारी अपनी दुख भरी दास्तां दसन लगा। कहण लगा जिन्हां ने शेरे पंजाब की मौत तो बाद बाबा जी तुसीं सारा चंगी तरह जाणदे हो, खड़क सिंह नूं यार दे के मारिया, जिन्हां ने कंवर नौ निहाल सिंह दा अंत किया, जिन्हां ने नानकी दे कुख विच पलदा बच्चा खा लिया, जिन्हां ने चंद कौरां नूं मरवाया, जिन्हां ने शेर सिंह नूं मरवाया, उन्हां पापियां ने मेरे मगर भी फौज लाई ते मैं दुखां दा मारिया होया तुहाडे डेरे विच शरण लई आया। बाबा जी ने आख्या कंवर कश्मीरा सिंह रब नाल नेड़ता रखण वाला साधु अपनी जिंदगी दाअ ते ला दिंदा, पर शरण आए नूं किसी दे हवाले नहीं करदा। ठीक है, तेरे उत्ते मुश्किलों के पहाड़ डिगे, जिन्होंने अपनी जिंदगी ते उठा के जोखम नूं तू चलदा रहा। हुण तू एक साधु की शरण में आ गया, तेनों तत्ती वार नहीं लगन दी जाए। इतिहास के पन्ने दसते ने काफ़ी अरसा बाबा जी उत्थे रहे। आखिरकार उन्होंने विचारिया भी जिहड़ा गुलाब सिंह हीरा सिंह के आखे ला के सियालकोट हमलावर बन के पहुँच गया, फौजां लैके इत्थे भी आउणगे। ये थां ओडा वड्डा सुरक्षित नहीं, अगर जे सुरक्षित होवे भी तो तोपां दे गोलियां नाल इलाके का बहुत वड्डा नुकसान होएगा। बाबा जी ने विचार बनाई क्यों ना उत्थे पहुँच जाया जाए जिथे दरिया सतलुज के किनारे ते साडा दुधारू ते मझां गावां दा डेरा है, जिन्हों मुठियां वाले का डेरा कहा जाता। बाबा वीर सिंह साहब जी सिखां नूं नाल लैके कंवर कश्मीरा सिंह जी नूं नाल लैके चलते चलते नरंगाबाद की धरती थाणी हुंदे होए, वो ठठियां महंतां थाणी हुंदे होए, ठठियां खुरद थाणी हुंदे होए, मराणे थाणी हुंदे होए, हरी के पत्तन थाणी हुंदे होए सभरा पिंड जा उतरे। इत्थों चल के बाबा वीर सिंह साहब जी गुरु की साजी नवाजी साध संगत अपने डेरे भी जा पहुँचे।
ਇਤਿਹਾਸ ਦੇ ਪੰਨੇ ਦੱਸਦੇ ਨੇ ਡੇਰੇ ਵਿੱਚ ਬਾਬਾ ਜੀ ਦੇ ਡੇਰੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਇੱਕ ਢੀਂਡਸਾ ਥਾਣੇਦਾਰ ਨੇ ਲਾਹੌਰ ਦੀ ਆਗਿਆ ਪਾ ਕੇ ਜਿਹੜੀ ਸੰਗਤ ਦਰਸ਼ਨਾਂ ਲਈ ਆਉਂਦੀ ਸੀ ਉਹਨਾਂ ਨੂੰ ਰੋਕ ਦਿੱਤਾ, ਤਾਂ ਕਿ ਬਾਬਾ ਜੀ ਦੇ ਡੇਰੇ ਵਿੱਚ ਅਨਾਜ ਪੱਠਾ ਕਿਸੇ ਤਰ੍ਹਾਂ ਦਾ ਕੋਈ ਰਸਤਾ ਨਾ ਪਹੁੰਚਾਈਆਂ ਜਾਣ। ਇੱਧਰੋਂ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਪਤਾ ਲੱਗਾ ਕਿ ਬਾਬਾ ਵੀਰ ਸਿੰਘ ਦੇ ਡੇਰੇ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ, ਸੰਗਤਾਂ ਦੀ ਆਵਾਜਾਈ ਬੰਦ ਕਰ ਦਿੱਤੀ, ਰਸਤੇ ਦੀ ਥੋੜ੍ਹੋ ਨਾ ਆ ਜਾਵੇ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਗੱਡੇ ਲੱਦ ਕੇ ਬਾਬਾ ਜੀ ਦੇ ਲੰਗਰ ਵਿੱਚ ਭੇਜੇ ਔਰ ਨਾਲ ਇਹ ਵੀ ਆਖਿਆ ਵੀ ਲਾਹੌਰੋਂ ਫੌਜ ਕਸ਼ੀ ਹੋਵੇਗੀ। ਉਧਰੋਂ ਹਾਰਿਆ ਹੋਇਆ ਗੁਲਾਬ ਸਿੰਘ ਜਿਹੜਾ ਕਸ਼ਮੀਰ ਸਿੰਘ ਨੂੰ ਪਕੜ ਨਹੀਂ ਸਕਿਆ, ਲਾਹੌਰ ਆਇਆ, ਉਹਨੇ ਸਾਰੀ CID ਕਰਕੇ ਦੱਸਿਆ ਕੰਵਰ ਕਸ਼ਮੀਰਾ ਸਿੰਘ ਬਾਬਾ ਜੀ ਦੇ ਡੇਰੇ ਵਿੱਚ ਨਰੰਗਾਬਾਦ ਦੀ ਧਰਤੀ ਤੇ ਜਾ ਪਹੁੰਚਾ, ਉੱਥੋਂ ਮੁੱਠਿਆਂ ਵਾਲੇ ਪਹੁੰਚ ਗਏ, ਉੱਥੇ ਅਤਰ ਸਿੰਘ ਸੰਧਾ ਵਾਲੀ ਆ ਗਿਆ, ਉਹਨਾਂ ਨੂੰ ਦਬਾਉਣਾ ਚਾਹੀਦਾ। ਇਤਿਹਾਸ ਦੇ ਪੰਨੇ ਦੱਸਦੇ ਨੇ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਨੇ ਆਪਣੇ ਉਸਤਾਦ ਜੱਲੇ ਨੂੰ ਮੁਖਾਤਬ ਕੇ ਆਖਿਆ, ਉਸਤਾਦ ਜੀ ਹੁਣ ਕੀ ਕਰਨਾ ਚਾਹੀਦਾ? ਪੰਡਿਤ ਜੱਲੇ ਨੇ ਆਖਿਆ ਵੀ ਫੌਜ ਕਸ਼ੀ ਕਰਨੀ ਚਾਹੀਦੀ ਹੈ, ਨਾਲ 2 ਵਕੀਲ ਭੇਜੇ ਜਾਣ, ਬਾਬਾ ਵੀਰ ਸਿੰਘ ਜੀ ਦੇ ਡੇਰੇ ਵਿੱਚ ਜਾ ਕੇ ਵਕੀਲ ਬੇਨਤੀ ਕਰਨ ਭਈ ਬਾਬਾ ਜੀ ਸਰਕਾਰ ਦੇ 2 ਬਾਗੀ ਤੁਹਾਡੇ ਡੇਰੇ ਵਿੱਚ ਮੌਜੂਦ ਨੇ, ਜੇ ਬਾਬਾ ਜੀ ਮਰਜ਼ੀ ਨਾਲ ਹਵਾਲੇ ਕਰ ਦੇਣ ਤੇ ਉਹਨਾਂ ਨੂੰ ਕੁਝ ਨਾ ਆਖਿਆ ਜਾਵੇ, ਜੇ ਬਾਬਾ ਜੀ ਬਾਗੀ ਹੋਣ ਤੇ ਤੋਪਾਂ ਦੇ ਗੋਲੇ ਮਾਰ ਕੇ ਬਾਬਾ ਜੀ ਦਾ ਡੇਰਾ ਉਡਾ ਦਿੱਤਾ ਜਾਵੇ, ਲਿਹਾਜ਼ ਨਾ ਕੀਤਾ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਜਦੋਂ ਲਾਲਚ ਦੀ ਪੱਟੀ ਅੱਖਾਂ ਤੇ ਵੱਜ ਜਾਂਦੀ ਨਾ, ਰਾਜਨੀਤਿਕ ਲੋਕ ਉਦੋਂ ਕਿਸੇ ਸਾਧ ਦਾ ਲਿਹਾਜ਼ ਵੀ ਨਹੀਂ ਕਰਦੇ, ਉਦੋਂ ਕਿਸੇ ਗੁਰੂ ਦਾ ਲਿਹਾਜ਼ ਨਹੀਂ ਕਰਦੇ, ਉਦੋਂ ਤਾਂ ਗੁਰੂ ਹੀ ਵੇਚ ਕੇ ਖਾ ਜਾਂਦੇ ਨੇ। ਗੁਰੂ ਕਿਰਪਾ ਕਰੇ, ਲਾਹੌਰੋਂ ਹੀਰਾ ਸਿੰਘ ਔਰ ਜੱਲੇ ਪੰਡਤ ਨੇ ਫੌਜਾਂ ਦੀ ਤਿਆਰੀ ਵਾਸਤੇ ਹੁਕਮ ਦਿੱਤਾ ਤੇ ਹੀਰਾ ਸਿੰਘ ਨੇ ਆਖਿਆ ਫੌਜਾਂ ਭੇਜਣੀਆਂ ਕਿਹੜੀਆਂ? ਪੰਡਤ ਜੱਲੇ ਨੇ ਆਖਿਆ ਮੁਸਲਮਾਨ ਫੌਜਾਂ ਦੀ ਡਿਊਟੀ ਲਾਈ ਜਾਵੇ ਤਾਂ ਕਿ ਮੁਸਲਮਾਨ ਤੇ ਸਿੱਖਾਂ ਦਾ ਆਪਸ ਵਿੱਚ ਤਕਰਾਰ ਵੱਧ ਜਾਵੇਗਾ। ਜਦੋਂ ਮੁਸਲਮਾਨ ਫੌਜਾਂ ਨੂੰ ਬਾਬਾ ਜੀ ਦੀ ਚੜ੍ਹਾਈ ਕਰਨ ਵਾਸਤੇ ਹੁਕਮ ਦਿੱਤਾ, ਉਹਨਾਂ ਨੇ ਸਿਰ ਫੇਰ ਕੇ ਇਨਕਾਰ ਕਰਕੇ ਆਖਿਆ ਬਾਬਾ ਜੀ ਇੱਕ ਧਰਮਾਤਮਾ ਨੇ, ਖੁਦਾ ਤੱਕ ਰਸਾਈ ਰੱਖਣ ਵਾਲੇ ਨੇ, ਅਸਾਂ ਉਹਨਾਂ ਦੇ ਡੇਰੇ ਤੇ ਹਮਲਾਵਰ ਹੋ ਕੇ ਨਹੀਂ ਜਾਣਾ, ਹੋਰ ਜਿਹੜੀ ਮੁਹਿੰਮ ਤੇ ਭੇਜੋਗੇ ਅਸੀਂ ਜ਼ਿੰਦਗੀ ਦਾ ਬਲੀਦਾਨ ਦੇ ਦੇਵਾਂਗੇ, ਸਰ ਕਰਨ ਦੀ ਹਰ ਕੋਸ਼ਿਸ਼ ਕਰਾਂਗੇ, ਪਰ ਬਾਬਾ ਜੀ ਦੇ ਡੇਰੇ ਤੇ ਹਮਲਾਵਰ ਬਣ ਕੇ ਅਸੀਂ ਜਾਣ ਵਾਸਤੇ ਕਦਾਚਿਤ ਵੀ ਤਿਆਰ ਨਹੀਂ ਹੋਣਾ। ਪੰਡਤ ਜੱਲੇ ਨੇ ਆਖਿਆ ਓਏ ਨੌਕਰੀਆਂ ਕੱਢ ਦਿੱਤੇ ਜਾਓਗੇ, ਜੀਆ ਜੰਤ ਭੁੱਖਾ ਮਰ ਜਾਵੇਗਾ। ਮੁਸਲਮਾਨ ਫੌਜਾਂ ਨੇ ਆਖਿਆ ਜਿਹਨੇ ਚੁੰਝ ਦਿੱਤੀ ਉਹ ਚੋਗਾ ਵੀ ਦੇਵੇਗਾ, ਚੁੰਝ ਤਾਂ ਹੀ ਦਿੰਦਾ ਨਾ ਚੋਗਾ ਚੁਗਣ ਲਈ। ਇਸ ਕਰਕੇ ਜਿਹੜੇ ਖੁਦਾ ਨੇ ਪਹਿਲਾਂ ਰਿਜ਼ਕ ਪੈਦਾ ਕੀਤਾ ਤੇ ਫਿਰ ਇਨਸਾਨ ਪੈਦਾ ਕੀਤਾ ਹੈ, ਜਿਹਨੇ ਪੈਦਾ ਕੀਤਾ ਖੁਦਾ ਰਿਜ਼ਕ ਵੀ ਦੇਵੇਗਾ। ਸਾਨੂੰ ਨੌਕਰੀਆਂ ਬੇਸ਼ੱਕ ਕੱਢ ਦਿੱਤਾ ਜਾਵੇ ਪਰ ਅਸੀਂ ਬਾਬਾ ਜੀ ਦੇ ਡੇਰੇ ਤੇ ਹਮਲਾਵਰ ਹੋ ਕੇ ਨਹੀਂ ਜਾਣਾ, ਅਸੀਂ ਕਦਾ ਵੀ ਇਹ ਹਮਲਾ ਕਰਨ ਵਾਸਤੇ ਨਹੀਂ ਜਾਵਾਂਗੇ। ਫਿਰ ਵਾਰੀ ਆਉਂਦੀ ਹੈ ਸਰਦਾਰਾਂ ਦੀ, ਸਰਦਾਰਾਂ ਨੂੰ ਪੇਸ਼ਕਸ਼ ਕੀਤੀ ਗਈ। ਸਰਦਾਰ ਨੂੰ ਆਖਿਆ ਇੱਕ ਨਾਲੀ ਪਿੱਛੇ, ਇੱਕ ਸਰਦਾਰ ਪਿੱਛੇ ਸੋਨੇ ਦਾ ਕੈਂਠਾ ਦਿੱਤਾ ਜਾਵੇ ਔਰ ਉਹਦੇ ਅਧੀਨ ਕੰਮ ਕਰਨ ਵਾਲੇ ਸਿਪਾਹੀ ਨੂੰ ਇੱਕ ਬੁੱਧਕੀ ਦਿੱਤੀ ਜਾਵੇਗੀ, ਤਨਖਾਹ ਵਿੱਚ 3 ਰੁਪਏ ਤੇ 1 ਰੁਪਇਆ ਪ੍ਰਤੀ ਮਹੀਨਾ ਵਾਧਾ ਕੀਤਾ ਜਾਵੇਗਾ। ਬਾਬਾ ਵੀਰ ਸਿੰਘ ਸਾਹਿਬ ਜੀ ਦੇ ਡੇਰੇ ਤੇ ਚੜ੍ਹਾਈ ਕਰਕੇ ਜਾਓ, 2 ਨਾਲ ਵਕੀਲ ਭੇਜੇ ਜਾਣਗੇ ਔਰ ਫੌਜ ਦੀ ਕਮਾਂਡ ਜਰਨਲ ਲਾਭ ਸਿੰਘ ਕਰੇਗਾ, ਡੋਗਰਾ ਕਰੇਗਾ। ਬਾਬਾ ਵੀਰ ਸਿੰਘ ਦੇ ਸਾਹਮਣੇ ਵਕੀਲ ਜਾਣਗੇ, ਜੇ ਬਾਬਾ ਜੀ ਸਰਕਾਰ ਦੇ ਬਾਗੀਆਂ ਨੂੰ ਹਵਾਲੇ ਕਰ ਦੇਣ, ਆਪਣੀ ਮਰਜ਼ੀ ਨਾਲ ਕੁਝ ਨਹੀਂ ਆਖਿਆ ਜਾਵੇਗਾ। ਜੇ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਡੇਰੇ ਤੇ ਤੋਪਾਂ ਦੇ ਗੋਲੇ ਸੁੱਟ ਕੇ ਬਾਬਾ ਜੀ ਦਾ ਲਿਹਾਜ਼ ਨਾ ਕੀਤਾ ਜਾਵੇ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਮੈਂ ਫਿਰ ਬੇਨਤੀ ਕਰ ਦੇਵਾਂ, ਲਾਲਚ ਵੱਡਿਆਂ ਦੀ ਮੱਤ ਮਾਰ ਕੇ ਰੱਖ ਦਿੰਦਾ। ਅੱਜ ਕੀ ਹੋ ਰਿਹਾ ਤੁਸੀਂ ਚੰਗੀ ਤਰ੍ਹਾਂ ਵੇਖੋ, ਪੰਥ ਨਾਲ, ਧਰਮ ਨਾਲ, ਗੁਰੂ ਨਾਲ, ਗ੍ਰੰਥ ਨਾਲ ਮੁਹੱਬਤ ਰੱਖਣ ਵਾਲੇ ਸੱਜਣ ਇਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਜਦੋਂ ਲਾਲਚ ਦਿੱਤਾ ਜਾਂਦਾ ਨਾ, ਵੱਡਿਆਂ ਦਾ ਹਿਰਦਾ ਡੋਲ ਜਾਂਦਾ। ਆ ਸਾਡੇ ਕੋਲੋਂ ਐਕਟ ਪਾਸ ਕਰਕੇ ਕਿਰਸਾਨੀ ਖੋਈ ਜਾ ਰਹੀ, ਕਿਰਸਾਨੀ ਖੋਈ ਜਾ ਰਹੀ ਹੈ। ਪੰਜਾਬ ਦਾ ਹਰ ਬਸ਼ਿੰਦਾ ਕਿਸਾਨ ਹੈ, ਚਾਹੇ ਉਹ ਦੁਕਾਨਦਾਰੀ ਦਾ ਕੰਮ ਕਰਦਾ ਹੈ, ਚਾਹੇ ਆੜਤ ਦਾ ਕੰਮ ਕਰਦਾ ਹੈ, ਚਾਹੇ ਕੋਈ ਹੋਰ ਕੰਮ ਕਰਦਾ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਖੱਤਰੀ ਹੈ, ਚਾਹੇ ਕੋਈ ਸਰਦਾਰ ਹੈ, ਚਾਹੇ ਕੋਈ ਹੋਰ ਜਾਤ ਨਾਲ ਸੰਬੰਧ ਰੱਖਦਾ ਹੈ। ਅਸੀਂ ਸਾਰੇ ਪੰਜਾਬ ਦੇ ਵਸਨੀਕ ਕਿਸਾਨ ਹਾਂ। ਕਿਸਾਨੀ ਤੋਂ ਬਿਨਾਂ ਤੇ ਜੀਵਾਂ ਦਾ ਵੀ ਨਹੀਂ ਸਰਦਾ, ਉਹ ਦਾਣੇ ਕਿੱਥੋਂ ਚੁਗਣਗੇ? ਅਬਾਨੀਆਂ ਨੇ ਇਦਾਂ ਦਾਣੇ ਥੋੜੇ ਖਿਲਰੇ ਰਹਿਣ ਦੇਣੇ ਨੇ। ਅਡਾਨੀਆਂ ਦਾ ਜਦੋਂ ਇੱਥੇ ਕਬਜ਼ਾ ਹੋ ਗਿਆ, ਉਹਨਾਂ ਨੇ ਜਾਨਵਰਾਂ ਨੂੰ ਵੀ ਨਹੀਂ ਖਾਣ ਦੇਣਾ। ਜ਼ਿਮੀਂਦਾਰ ਦਾ ਤੇ ਬੋਰਡ ਲੱਗਾ ਹੋਵੇ ਤੇ ਜਾਨਵਰ ਖਾਂਦੇ ਹੁਣ ਤੇ ਕਹਿ ਦਿੰਦੇ ਇਹਦੇ ਨਾਲ ਕਿਹੜਾ ਘੱਟ ਚੱਲਿਆ, ਕੋਈ ਨਹੀਂ, ਇਹਨਾਂ ਵੀ ਇੱਥੋਂ ਹੀ ਖਾਣਾ। ਕਿਸਾਨ ਵਰਗਾ ਵਿਸ਼ਾਲ ਹਿਰਦਾ ਕਿਸੇ ਦਾ ਨਹੀਂ। ਪਰ ਮੈਂ ਬੇਨਤੀ ਕਰ ਦੇਵਾਂ, ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਹਾਂ, ਅੱਜ ਵੀ ਅਸੀਂ ਧੜਿਆਂ ਤੇ ਪਾਰਟੀਆਂ ਵਿੱਚ ਵੰਡੇ ਹੋਏ ਹਾਂ। ਕਦੇ ਤਕੜੀ ਵਾਲਿਆਂ ਦਾ ਕਾਫਲਾ ਚੰਡੀਗੜ੍ਹ ਵਾਲੇ ਪਾਸੇ ਜਾਂਦਾ ਹੈ, ਕਦੇ ਪੰਜੇ ਵਾਲਿਆਂ ਦਾ ਜਾਂਦਾ ਹੈ, ਕਦੇ ਕਿਸੇ ਦਾ ਜਾਂਦਾ ਹੈ, ਕਦੇ ਕਿਸੇ ਦਾ ਜਾਂਦਾ ਹੈ। ਅਗਰ ਜੇ ਅਸੀਂ ਕਿਸਾਨ ਬਣ ਕੇ ਸਾਰੇ ਜਾਈਏ ਤੇ ਝੰਡਾ ਕਿਸਾਨਾਂ ਵਾਲਾ ਹੋਵੇ ਤੇ ਸਾਨੂੰ ਕਾਮਯਾਬੀ ਮਿਲ ਸਕਦੀ ਹੈ। ਇਹ ਬਣਾਏ ਹੋਏ ਕਾਨੂੰਨ ਟੁੱਟ ਸਕਦੇ ਨੇ, ਕਿਸਾਨੀ ਕਾਇਮ ਰਹਿ ਸਕਦੀ ਹੈ। ਪੰਜਾਬ ਦੇ ਕਿਸਾਨ ਦੀਆਂ ਬੜੀਆਂ ਖਾਸ਼ਾਂ ਹੁੰਦੀਆਂ ਨੇ, ਉਹ ਖਾਸ਼ਾਂ ਵਧੀਆ ਕਾਇਮ ਰਹਿ ਸਕਦੀਆਂ ਨੇ ਜੇ ਅਸੀਂ ਮਿਲ ਕੇ ਯਤਨ ਕਰਾਂਗੇ। ਪਰ ਅਫਸੋਸ ਨਾਲ ਕਹਿਣਾ ਪਵੇਗਾ,
ਅਸੀਂ ਲਾਲਚੀ ਦੇ ਸਵਾਰਥੀ ਹੋ ਗਏ, ਅਸੀਂ ਪਾਰਟੀਆਂ ਦੇ ਧੜਿਆਂ ਵਿੱਚ ਵੰਡੇ ਹੋਏ ਹਾਂ, ਅਸੀਂ ਏਕਤਾ ਦਾ ਪੱਲਾ ਛੱਡ ਚੁੱਕੇ ਹਾਂ, ਤਾਂ ਹੀ ਇਹ ਦੁਸ਼ਵਾਰੀਆਂ ਸਾਡਾ ਪੱਲਾ ਪਕੜੀ ਬੈਠੀਆਂ ਨੇ। ਅਗਰ ਜੇ ਅਸੀਂ ਏਕਤਾ ਦੀ ਲੜੀ ਵਿੱਚ ਪਰੋਏ ਜਾਈਏ ਤੇ ਮੋਤੀਆਂ ਦੀ ਕੀਮਤ ਨਹੀਂ ਹੁੰਦੀ, ਮਾਲਾ ਦੀ ਕੀਮਤ ਹੁੰਦੀ। ਮਣਕੇ ਦੀ ਕੋਈ ਕੀਮਤ ਨਹੀਂ ਹੁੰਦੀ, ਕੀਮਤ ਹੁੰਦੀ ਤੇ ਮਾਲਾ ਦੀ ਹੁੰਦੀ ਹੈ। ਤੇ ਜੇ ਆਪਣੀ ਕੀਮਤ ਪਾਉਣੀ ਤੇ ਏਕਤਾ ਦੇ ਮਾਲਾ ਵਿੱਚ ਪਰੋਏ ਜਾਓ, ਦਿੱਲੀ ਦਰਬਾਰ ਵੀ ਤੁਹਾਡੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇ। ਪਉ ਫੁੱਟੀ ਹਨੇਰੇ ਦਾ ਨਾਸ ਹੋਇਆ, ਪਉ ਫੁੱਟੀ ਹਨੇਰੇ ਦਾ ਨਾਸ ਹੋਇਆ, ਤੇ ਫੁੱਟਾਂ ਫੁੱਟ ਕੇ ਆ ਭਾਗਵੰਦੀਆਂ ਨੇ, ਟਿੰਡੇ ਫੁੱਟੇ ਕਪਾਹ ਦੇ ਚੁਗੇ ਜਾਂਦੇ, ਤੇ ਮੁੱਛਾਂ ਫੁੱਟ ਹੰਕਾਰ ਵਧਾਉਂਦੀਆਂ ਨੇ। ਮਾਂ ਫੁੱਟ ਕੇ, ਮਾਂ ਫੁੱਟ ਕੇ ਪਾਣੀ ਦੇ ਵਿੱਚ ਗਲਦੇ, ਤੇ ਫੁੱਟਾਂ ਫੁੱਟ ਕੇ ਦਹੀਂ ਰਗੜਾਉਂਦੀਆਂ ਨੇ। ਉਹ ਜਿਹੜੀ ਕੌਮ ਵਿੱਚ ਦਿਲਬਰਾ ਫੁੱਟ ਪੈ ਜਾਏ, ਉਹ ਕੌਮਾਂ ਹੀ ਗਰਕ ਹੋ ਜਾਂਦੀਆਂ ਨੇ, ਉਹ ਤਾਂ ਕੌਮਾਂ ਹੀ ਗਰਕ ਹੋ ਜਾਂਦੀਆਂ ਨੇ। ਕੇਵਲ ਮੇਰੀ ਕੌਮ ਨਹੀਂ, ਜਿਹੜੀ ਕੌਮ ਵੀ ਦੁਨੀਆ ਦੇ ਨਕਸ਼ੇ ਤੋਂ ਮਿਟੀ, ਉਹਦਾ ਕਾਰਨ ਫੁੱਟ ਹੋਵੇਗੀ, ਉਹਦਾ ਕਾਰਨ ਬੇਇਤਫਾਕੀ ਹੋਵੇਗੀ। ਜਿਹਦੀ ਵੀ ਹੋਂਦ ਇਸ ਪ੍ਰਭੂ ਦੀ ਪੈਦਾ ਕੀਤੀ ਧਰਤੀ ਤੋਂ ਖਤਮ ਹੋਈ, ਕਾਰਨ ਹੈ ਬੇਇਤਫਾਕੀ ਤੇ ਫੁੱਟ। ਲਾਲਚ, ਸਵਾਰਥ, ਸਵਾਰਥ ਦੇ ਲਾਲਚ ਵੱਡੇ ਵੱਡੇ ਬੰਦਿਆਂ ਦਾ, ਦਾਨਿਆਂ ਦਾ ਮੱਤ ਮਾਰ ਕੇ ਰੱਖ ਦਿੰਦਾ ਹੈ। ਇਸ ਕਰਕੇ ਦਾਨਿਆਂ ਦੀ ਮੱਤ ਮਾਰੀ। ਹੀਰਾ ਸਿੰਘ ਦੇ ਆਖੇ ਲਾ ਕੇ ਬਾਬਾ ਵੀਰ ਸਿੰਘ ਦੇ ਡੇਰੇ ਤੇ ਹਮਲਾ ਕਰਨ ਲਈ ਤਿਆਰ ਹੋ ਗਏ। ਫੌਜ ਤਿਆਰ ਹੋ ਕੇ ਮੀਆਂ ਮੀਰ ਦੀ ਛਾਉਣੀ ਵਿੱਚ ਪਹੁੰਚੀ ਹੈ। ਹੀਰਾ ਸਿੰਘ ਨੂੰ ਉਹਦੇ ਕੋਲੋਂ ਸਲਾਮੀ ਲੈ ਰਿਹਾ ਫੌਜ ਕੋਲੋਂ, ਤੇ ਹੀਰਾ ਸਿੰਘ ਬਾਬਾ ਜੀ ਦੇ ਚੜ੍ਹਾਈ ਕਰਕੇ ਜਾਣ ਵਾਲੀ ਫੌਜ ਨੂੰ ਸੰਦੇਸ਼ ਦੇ ਰਿਹਾ ਹੈ। ਅੰਤਮ ਸੰਦੇਸ਼ ਦੇ ਕੇ ਕਿਵੇਂ ਤੋਰਦਾ ਹੈ, ਸਾਕੇ ਦੀ ਚਾਲ ਵਿੱਚ ਲਾਈਨਾਂ ਅੱਜ ਕੀਤੀਆਂ ਜਾ ਰਹੀਆਂ। ਤਵੱਜੋ ਦੇ ਕੇ ਸਰਵਣ ਕਰਨਾ ਜੀ। ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਸਿੱਖ ਸਰਦਾਰਾਂ ਦੀਆਂ ਫੌਜਾਂ, ਜਿਨ੍ਹਾਂ ਵਿੱਚ 2 ਵਕੀਲ ਬਾਗ ਸਿੰਘ ਮੁਗੜੀ ਤੇ ਗੁਲਾਬ ਸਿੰਘ ਕਲਕੱਤੀਆ, ਸੇਵਾ ਸਿੰਘ ਮਜੀਠੀਆ, ਜਰਨਲ ਲਾਭ ਸਿੰਘ ਦੀ ਕਮਾਂਡ ਥੱਲੇ ਇਹ ਫੌਜਾਂ ਬਾਬਾ ਜੀ ਤੇ ਹਮਲਾਵਰ ਹੋ ਕੇ ਤੁਰਨ ਲੱਗੀਆਂ। ਤੇ ਇਹਨਾਂ ਨੂੰ ਇੱਕ ਸੰਦੇਸ਼ ਦੇ ਰਿਹਾ, ਕੀ ਆਖ ਰਿਹਾ? ਸਾਕੇ ਦੀ ਚਾਲ ਵਿੱਚ ਕੋਈ ਲਾਈਨਾਂ ਇਹ ਵਰਜ ਕੀਤੀਆਂ। सरदार ने दे के दल भारा, लाभ सिंह नू तोरिया बेहुक्म करारा। लाभ सिंह नू तोरिया दे हुक्म करारा, अतर सिंह सरदार नू फड़ ले यारा।
सिंह सरदार नू फड़ ले यारा, शेर कबर कश्मीर दा कर धड़ तो न्यारा। शेर कबर कश्मीर दा कर धड़ तो न्यारा, वीर सिंह भी कर रिया कुछ चारा, उसनू भी है सोधना शीतल सरदार। लाहौर तो फौजा चढ़ियां सरदार शाम सिंह अटारी नू पता लगा ते हलकारा भेजा बाबा जी वाले। फौज कशी हो रही है, फौजा चढ़ के आ रही हैं, लालची ते स्वार्थी सरदार आ रहे हैं, लाभ सिंह की कमांड थले तोपखाना आ रहा है। बाबा जी कोई प्रबंध कर सकते तो कर लो। जदों सरदार अतर सिंह संधा वाली नू पता लगा, कंवर कश्मीरा सिंह नू पता लगा, सरदार जवाहर सिंह नू पता लगा बाबा जी तू आग्या मंग रहा है, असीं ललियाणी जाके उन्होंने रोकते हैं ताकि डेरा सुरक्षित रह सके। लड़ाई होएगी जित तो बाबा जी ने आख्या लड़िए किहदे नाल, अपने भरा तां चढ़ के आ रहे हैं, अपने नाल लड़दियां चंगे नहीं लगीदा, आ रहे ने चढ़ के ते आउण दिओ। सगों एक गल चेते रखो भी साडे भरावां ने आउणा, साडे ते हमलावर बन के उन्हां वास्ते लंगर पानी तैयार किया जाए, जदों साडे लहू पी के वो वापस जाण के ते भुखे ना चले जाण। बाबा जी ने हुक्म किया, सारिਆਂ ने स्वीकार कर लिया। समा अपनी चाल चलदा गया, फौजां चढ़ के आईयां, आखिरकार बाबा जी के डेरे नूं उदालियों पा लिया घेरा। तोपां दीयां बैरलां बाबा जी के डेरे वाले पासे कर दित्तियां गईयां ते निश्चित कीते वकीलां नूं बाबा जी के डेरे वाले भेजिया। 7 मई 1844 ईस्वी के विसाख के महीने का दिन 27 दिन गया सी, जानी 27 विसाख के अमृत वेले बाबा जी गुरु ग्रंथ साहब महाराज की हाजरी विच गुरु की इलाही बाणी का कीर्तन सरवण कर रहे सन। बाग सिंह मुगड़ी वाला ते गुलाब सिंह मनियाले वाला, इनू कलकत्तिया भी कहा जाता है, कई बार भुलेखा पै जाता भी शायद ये कलकत्ते का होए। ਇਹਦਾ पिंड मनियाला, एक दो बार ये कलकत्ते गया, इस करके ਇਹਦੀ अल कलकत्तिया पै गई। गुलाब सिंह मनियाले वाले की छोटी जी समाध उत्थे अज भी बनी, तुसीं वेख सकते हो। ना कोई कली करता, ना कोई झाड़ू दिंदा है। ਜਿਹੜੇ ਇਹੋ ਜਿਹੇ लोग होण उन्हां दा अशर इदां दा ही हुंदा है। गुलाब सिंह ते बाग सिंह बाबा जी के डेरे विच फौज वालों लाहौर दरबार वालों वकील बन के गए। जदों जाके फतेह सांझ कीती ते बाबा जी ने सेवादारां नूं कह के जल पानी छकाया ते आउण दा कारण पुछिया। लाहौर दरबार वालों आए हुए दोवें वकील बाबा वीर सिंह साहब जी के नज़दीक बैठे हुए बाबा जी नूं दस्सण लगे, असीं आए हाँ लाहौर दरबार वालों, लाहौर दरबार ने सानूं भेजिआ तुहाडे डेरे विच सिख राज दे दो बागी रहिंदे ने, उन्हां नूं साडे हवाले कर दिओ। लाहौर दरबार वालों फौज की आमद तो पहला आए हुए वकीलों ने बाबा वीर सिंह साहब जी के पुछण तो बाद जो कुछ उन्होंने जवाब दिता, अपना तुआरफ कराया, लाहौर दरबार की जानकारी दी। जगे की चाल में कोई लाइनां अर्ज कीतियां जा रही हैं। सिख जगत के बेताज ढाडी ज्ञानी प्यारा सिंह जी पंछी कलसियां कलां वाले, उन्हों की कलम तो लिखे कुछ बोल जगे की चाल में अर्ज किए जा रहे हैं। तवज्जो दे के सुन करना जी। गुलाब सिंह मनियाले वाला ते बाग सिंह मुगड़ी वाला बाबा वीर सिंह साहब जी नूं फौजां की आमद की खबर इउं दे रहे। भाग सिंह ते गुलाब सिंह दोवें, भाग सिंह ते हो भाग सिंह ते गुलाब सिंह दोवें कोल आए बाबा साहब दे मत्था टेक के।
टेक के संगत विच बैठ गए गल्लां फेर शुरू कीतियां असी आए हाँ लाहौरों चल के कले होए हीरा सिंह दे असा बन के लाहौर ले जाने बाकी जो ने सिख राज दे कहिंदे सुनिया है डेरे तुसां दे विच रहिंदे संदा वालिया तेरे सिंह बागी संदा वालिया हो संदा वालिया तेरे सिंह बागी छोटा भाई लैना सिंह दा जिन्ना मारिया ध्यान सिंह डोगरा शेर प्रताप सिंह भी अते दूसरा कंवर कश्मीरा पुत्र रणजीत सिंह दा जेड़ा आया है सियालकोटों नस के बागी ओ भी सिख राज दा फड़ा दिओ दोहां दियां बन मुश्का अगे ला दिओ अगों हंस के कहा बाबा साहब ने अगों हंस के कहा बाबा साहब ने सुनो प्यारे खालसा जियो ए घर है गुरु महाराज दा साडी ने कोई इत्थे मालकी ए आए ने तका के आसरा असी नहीं फड़ा सकते धक्का करू जे ना दे नाल कोई पहला असी सीस अपना लावांगे जोंदी जान हथी अपने ना फड़ावांगे सुनो बाबा जी लुकाना कोई सुनो बाबा जी ओ सुनो बाबा जी लुकाना कोई गल्ला सच्चो सच दसीए चंगी करो ता फड़ा दो हथी अपने मिट जान कुल झगड़े नहीं ता निकलू नतीजा माड़ा बुरा हुंदा गुस्सा फौज दा अरे वेला है सांभ लो मौका देर दा ना समा पंछिया रह गया दे दी उदाले फौज दा घेरा पै गया हो घेरा पै गया बाबा जी ने सुनिया ते जवाब विच आख्या
ਜਿਨ੍ਹਾਂ ਨੂੰ ਤੁਸੀਂ ਸਰਕਾਰ ਦੇ ਬਾਗੀ ਆਖਦੇ ਹੋ, ਇਹ ਸਰਕਾਰ ਦੇ ਬਾਗੀ ਨਹੀਂ। ਦੂਜੀ ਗੱਲ ਇਹ ਵੀ ਡੇਰਾ ਵੀਰ ਸਿੰਘ ਦਾ ਨਿੱਜੀ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ ਤੇ ਵੀਰ ਸਿੰਘ ਦੀ ਹੈਸੀਅਤ ਨਹੀਂ ਵੀ ਕਿਸੇ ਨੂੰ ਬਾਹੋਂ ਫੜ ਕੇ ਬਾਗੀ ਹੋਣ ਦੇ ਵਜਾਨੇ ਵਿੱਚ ਤੁਹਾਡੇ ਹਵਾਲੇ ਕਰ ਦੇ। ਅਗਰ ਜੇ ਤੁਸੀਂ ਧੱਕਾ ਕੀਤਾ ਤੇ ਵੀਰ ਸਿੰਘ ਆਪਣੀ ਛਾਤੀ ਡਾਵੇਗਾ। ਵਕੀਲਾਂ ਨੇ ਆਖਿਆ ਸ਼ਾਇਦ ਤੁਸੀਂ ਭੁਲੇਖੇ ਦਾ ਸ਼ਿਕਾਰ ਹੋ। ਡੇਰੇ ਨੂੰ ਫੌਜਾਂ ਦਾ ਘੇਰਾ ਪੈ ਚੁੱਕਾ ਹੈ, ਰਾਈਫਲਾਂ ਦੀਆਂ ਤੋਪਾਂ ਦੀਆਂ ਬੈਰਲਾਂ ਡੇਰੇ ਵੱਲੇ ਕੀਤੀਆਂ ਹੋਈਆਂ। ਜਰਾ ਜਿੰਨੀ ਵੀ ਅੜਫਸ ਹੋਈ ਤੇ ਤੋਪਾਂ ਦੇ ਗੋਲੇ ਤੁਹਾਡੇ ਡੇਰੇ ਤੇ ਡਿੱਗਣਗੇ। ਵੱਡਿਆਂ ਵੱਡਿਆਂ ਦੇ ਤੋਪਾਂ ਦੇ ਗੋਲੇ ਜਦੋਂ ਫੜਦੇ ਹਿਰਦੇ ਡੋਲ ਜਾਂਦੇ ਨੇ। ਬਾਬਾ ਜੀ ਅਸੀਂ ਬੇਨਤੀ ਕਰਦੇ ਹਾਂ ਲਾਹੌਰ ਦਰਬਾਰ ਵੱਲੋਂ ਇਹਨਾਂ ਬਾਗੀਆਂ ਨੂੰ ਸਾਡੇ ਹਵਾਲੇ ਕਰ ਦਿੱਤਾ। ਜਦੋਂ ਇਹ ਗੱਲ ਉਹਨਾਂ ਨੇ ਆਖੀ ਤੇ ਬਾਬਾ ਜੀ ਨੇ ਆਖਿਆ ਹੋਏ ਤੁਹਾਨੂੰ ਸ਼ਰਮ ਆਉਣੀ ਚਾਹੀਦੀ, ਸਿੱਖ ਬਾਣਾ ਪਾ ਕੇ ਇੱਕ ਸਾਧ ਦੇ ਡੇਰੇ ਤੇ ਹਮਲਾਵਰ ਬਣ ਕੇ ਹੋ ਕੇ ਆਏ ਹੋ। ਤੁਹਾਨੂੰ ਤੁਰਨ ਲੱਗਿਆ ਸੋਚਣੀ ਚਾਹੀਦੀ ਸੀ ਜੇ ਟੱਕਰ ਲੈਣੀ ਫੌਜ ਤਾਂ ਫੌਜਾਂ ਨਾਲ ਲੜਨ ਵਾਸਤੇ ਹੁੰਦੀ, ਸਾਧਾਂ ਨਾਲ ਲੜਨ ਵਾਸਤੇ ਥੋੜੀ ਹੁੰਦੀ। ਬਾਬਾ ਜੀ ਨੇ ਬਥੇਰੀਆਂ ਕੀਤੀਆਂ। ਜਦੋਂ ਇਹ ਸੁਣੀਆਂ ਤੇ ਉਹਨਾਂ ਗਿਲੇ ਵਿੱਚ ਆ ਕੇ ਬਾਬਾ ਜੀ ਦਾ ਅਪਮਾਨ ਕੀਤਾ। ਸਰਦਾਰ ਅਤਰ ਸਿੰਘ ਤੋਂ ਰਿਹਾ ਨਾ ਗਿਆ, ਇੱਕ ਉਹਨੇ ਤੇਗ ਨਾਲ ਝਟਕਾ ਦਿੱਤਾ, ਦੂਜੇ ਦੇ ਮਗਰ ਗੋਲੀ ਚਲਾ ਦਿੱਤੀ। ਗੋਲੀ ਚੱਲਦੀ ਦੀ ਆਵਾਜ਼ ਲਾਭ ਸਿੰਘ ਜਰਨਲ ਨੇ ਸੁਣੀ। ਉਹਨੂੰ ਪਤਾ ਲੱਗ ਗਿਆ ਵੀ ਜਿਹੜੇ ਵਕੀਲ ਅੰਦਰ ਭੇਜੇ ਸਨ ਉਹਨਾਂ ਵਿੱਚੋਂ ਇੱਕ ਮਾਰਿਆ ਗਿਆ ਤੇ ਇੱਕ ਦੌੜ ਕੇ ਆ ਕੇ ਦੱਸਦਾ ਹੈ ਭਈ ਬਾਬਾ ਜੀ ਅੜੇ ਖੜੇ ਨੇ ਆਪਣੀ ਜਦੋਂ ਤੇ ਉਹ ਬਾਗੀ ਹਵਾਲੇ ਨਹੀਂ ਕਰਨਗੇ। ਲਾਹੌਰ ਦਰਬਾਰ ਦਾ ਹੁਕਮ ਸੀ ਜੇ ਬਾਬਾ ਜੀ ਆਪਣੀ ਮਰਜ਼ੀ ਨਾਲ ਹਵਾਲੇ ਕਰ ਦੇਣ ਤੇ ਠੀਕ ਆ, ਜੇ ਹਵਾਲੇ ਨਾ ਕਰਨ ਤੇ ਡੇਰੇ ਦਾ ਲਿਹਾਜ਼ ਨਾ ਕੀਤਾ ਜਾਵੇ। 27 ਵਿਸਾਖ 7 ਮਈ 1844 ਸੂਰਜ ਚੜ੍ਹ ਕੇ ਦੁਖੀਆਂ ਦੇ ਲੋਕਾਂ ਨੂੰ ਰੌਸ਼ਨੀ ਦੇਣ ਵਾਸਤੇ ਉਹਦੇ ਹੋ ਚੁੱਕਾ ਸੀ। ਆਓ ਤੱਕੀ ਇੱਕ ਧਰਮਾਤਮਾ ਮਹਾਂਪੁਰਸ਼ ਦੇ ਡੇਰੇ ਉੱਤੇ ਸਿੱਖ ਸਰਦਾਰਾਂ ਦੀ ਕਮਾਂਡ ਥੱਲੇ ਲਾਭ ਸਿੰਘ ਦਾ ਹੁਕਮ ਪਾ ਕੇ ਫੌਜਾਂ ਤੋਪਾਂ ਦੇ ਗੋਲੇ ਕਿਵੇਂ ਦਾਗਦੀਆਂ ਤੇ ਬਾਬਾ ਜੀ ਜਿਨ੍ਹਾਂ ਦੀ ਬਾਹ ਫੜੀ ਉਹਨਾਂ ਦੀ ਖਾਤਰ ਜਿਸਮ ਦਾ ਬਲੀਦਾਨ ਕਿਵੇਂ ਦਿੰਦੇ ਨੇ। ਵਾਰ ਦੀ ਚਾਲ ਵਿੱਚ, ਸੱਸੀ ਦੀ ਚਾਲ ਵਿੱਚ ਲਾਈਨਾਂ ਅੱਜ ਕੀਤੀਆਂ ਜਾ ਰਹੀਆਂ। ਤਵੱਜੋ ਦੇ ਕੇ ਸਰਣ ਕਰਨਾ ਦੀ ਇਹ ਸਾਡਾ ਪ੍ਰਾਤਨ ਕਲਾਸੀਕਲ ਰਾਗ ਹੈ। ਅੱਜ ਕੱਲ੍ਹ ਤਾਂ ਢਾਡੀ ਲਗਭਗ ਗੀਤ ਹੀ ਗਾਉਣ ਲੱਗ ਪਏ। ਉਸਤਾਦ ਜੀ ਕਿਆ ਕਰਦੇ ਸਨ, ਢਾਡੀ ਕਲਾ ਗਾਓਗੇ ਗੁਰੂ ਅੰਗ ਸੰਗ ਰਹੇਗਾ। ਸੱਜੀ ਮੁਜੀ ਗੁਰੂ ਦੀ ਇੰਨੀ ਵੱਡੀ ਬਖਸ਼ਿਸ਼ ਹੈ ਸ਼ਾਇਦ ਕਿਸੇ ਉੱਤੇ ਨਾ ਹੋਵੇ। ਢਾਡੀ ਕਲਾ ਦੀ ਵੰਡਗੀ ਸੱਸੀ ਦੀ ਚਾਲ ਵਿੱਚ ਲਾਈਨਾਂ ਅੱਜ ਕੀਤੀਆਂ ਜਾ ਰਹੀਆਂ। ਸੂਬਾ ਸਿੰਘ ਸ਼ਾਂਤ, ਗੁਰਦੇਵ ਸਿੰਘ ਤੋਹਫਾ, ਸਵਿੰਦਰ ਸਿੰਘ ਸਤਾਰਾ ਅਰਜ ਕਰ ਰਹੇ ਨੇ। ਸਾਹਿਬ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਇਨਕਾਰੀ ਹੋਣ ਤੋਂ ਬਾਅਦ ਜਰਨਲ ਲਾਭ ਸਿੰਘ ਆਪਣੀਆਂ ਫੌਜਾਂ ਨੂੰ ਹੁਕਮ ਦਿੰਦਾ ਤੇ ਬਾਹ ਫੜੀ ਦੀ ਲੱਜਾ ਬਾਬਾ ਵੀਰ ਸਿੰਘ ਦੀ ਇਉਂ ਪਾਲਦਾ। सिर बेच के पूरा सवाल करिए ते खाली किसे सवाली नू मोड़िए ना। पत्थर आप जहान दा झल लईए ते शीशा दिल पर किसे दा तोड़िए ना। ऐवें डुब के मन दी मौज अंदर बेड़ी किसे अनतारू दी रोड़िए ना। हथी अपनी सब कुछ वार दिए जी दी बाह फड़िए कदे छोड़िए ना। लाभ सिंह ने हुक्म दे के फौज नू, हुक्म दे के फौज नू लाभ सिंह ने हुक्म दे के फौज नू दित्ती तोप बाबा साहब ते चला
गुरु ग्रंथ साहिब ते अठ सिंह गे शहीदियां पा एक बाबा जी दे गोला तोप दा नाले बज्जियां 18 गोलियां दिता शरीर ना छन्नी बना अंत पागे शहीदी दर्दिया अंत पागे शहीदी दर्दिया दुखियां दा दर्द बंदा अंत पागे शहीदी दर्दिया जाप करदियां ते गोलियां अज ही नहीं चलदियां, लंबे समय तो चलदियां आ रही। ਵਾਹਿਗੁਰੂ ਦਾ ਜਾਪ ਹੋ ਰਿਹਾ ਸੀ, ਇਲਾਹੀ ਬਾਣੀ ਗਾ ਰਹੀ ਸੀ, ਜਾਇਜ਼ ਰਹੀ ਸੀ ਤੇ ਗੋਲੀਆਂ ਦੀ ਆਵਾਜ਼ ਆ ਰਹੀ ਸੀ ਤੇ ਗੋਲੀਆਂ ਰਾਗੀ ਸਿੰਘਾਂ ਦੀ ਛਾਤੀ ਵਿੱਚੋਂ ਦੀ ਦਸਾਰ ਪਾਰ ਹੋ ਰਹੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਚੌਰ ਕਰਨ ਵਾਲੇ 8 ਸਿੰਘ ਸ਼ਹਾਦਤ ਦਾ ਬਾਟਾ ਛਕ ਚੁੱਕੇ ਨੇ। 8 ਸਿੰਘ 18 ਗੋਲੀਆਂ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਜਿਸਮ ਤੋਂ ਆਰ ਪਾਰ ਹੋ ਗਈਆਂ। 18 ਗੋਲੀਆਂ। ਇੱਕ ਭਗਦਾ ਹੋਇਆ ਤੋਪ ਦਾ ਗੋਲਾ ਬਾਬਾ ਜੀ ਦੇ ਪੱਟ ਤੇ ਵੱਜਾ, ਲੱਤ ਦੇ ਚੀਥੜੇ ਉੱਡ ਕੇ ਜਿਸਮ ਦੇ ਉਸ ਲੱਤ ਦੇ ਹਿੱਸੇ ਦੇ ਕੰਧਾਂ ਨਾਲ ਜਾ ਟਕਰਾਏ। ਇਤਿਹਾਸਕਾਰਾਂ ਨੇ ਬਿਆਨ ਕੀਤਾ ਕਿ ਬਾਬਾ ਜੀ ਨੂੰ ਪਹਿਲਾਂ ਪਤਾ ਸੀ ਕਿ ਲੱਤ ਉੱਤੇ ਤੋਪ ਦਾ ਗੋਲਾ ਵੱਜਣਾ ਹੈ। ਇਹ ਤਾਂ ਬੜਾ ਲੰਬਾ ਸਮਾਂ ਪਹਿਲਾਂ ਹੀ ਬਾਬਾ ਠਾਕਰ ਜੀ ਹੁਣਾਂ ਦੱਸ ਦਿੱਤਾ ਸੀ। ਇੱਕ ਵਾਰੀ ਬਾਬਾ ਵੀਰ ਸਿੰਘ ਸਾਹਿਬ ਜੀ ਤੇ ਬਾਬਾ ਠਾਕਰ ਜੀ ਇਕੱਠੇ ਬੈਠੇ ਸਨ। ਉਹ ਬਾਬਾ ਠਾਕਰ ਜੀ ਜਿਨ੍ਹਾਂ ਦੀ ਯਾਦ ਤੁਹਾਡੇ ਨਗਰ ਵਿੱਚ ਵੀ ਹੈ, ਜਿਨ੍ਹਾਂ ਨੇ ਮੋਤੀ ਰਾਮ ਨੂੰ ਸ਼ਾਹੂਕਾਰ ਕੀਤਾ ਸੀ। ਉਹ ਸ਼ਾਹੂਕਾਰ ਜਿਨ੍ਹਾਂ ਦੇ ਘਰੇ ਕਰਤਾਰ ਸਿੰਘ ਸਰਾਭੇ ਹੁਣਾਂ ਦੇਸ਼ ਦੀ ਆਜ਼ਾਦੀ ਲਈ ਡਾਕਾ ਮਾਰਿਆ। ਬਾਬਾ ਠਾਕਰ ਸਿੰਘ ਜੀ ਨਰੋੜ ਵਾਲੇ ਸਾਧਾਂ ਵਾਲੀ ਵਾਲੇ ਬੜੇ ਕਰਨੀ ਵਾਲੇ ਮਹਾਂਪੁਰਸ਼ ਹੋਏ ਨੇ। ਉਹਨਾਂ ਦਾ ਇਤਿਹਾਸ ਬੜਾ ਲੰਬਾ ਹੈ। ਫਿਰ ਜਦੋਂ ਵਾਹਿਗੁਰੂ ਨੂੰ ਪਾਇਆ ਕਦੇ ਤੁਹਾਡੀ ਸੇਵਾ ਵਿੱਚ ਅਰਜ਼ ਕਰਾਂ।
ਬਾਬਾ ਵੀਰ ਸਿੰਘ ਸਾਹਿਬ ਜੀ ਤੇ ਬਾਬਾ ਠਾਕੁਰ ਜੀ ਇਕੱਠੇ ਬੈਠੇ ਤੇ ਬਾਬਾ ਠਾਕੁਰ ਜੀ ਨੇ ਆਪਣਾ ਸੱਜਾ ਹੱਥ ਉਠਾ ਕੇ ਬਾਬਾ ਵੀਰ ਸਿੰਘ ਦੇ ਪੱਟ ਉੱਤੇ ਜ਼ੋਰ ਦੀ ਮਾਰ ਕੇ ਆਖਿਆ, ਵੀਰ ਸਿੰਘਾ ਇਹ ਭਲਾ ਕੀ? ਉਹਨਾਂ ਆਖਿਆ, ਬਾਬਾ ਜੀ ਇਹ ਮੈਨੂੰ ਪਤਾ ਲੱਗ ਗਿਆ ਕੀ ਭਲਾ? ਇੱਥੇ ਤੁਸੀਂ ਜ਼ੋਰ ਦੀ ਗੋਲਾ ਹੱਥ ਮਾਰ ਕੇ ਆਵਾਜ਼ ਦੇ ਕੇ ਪੁੱਛਣਾ ਚਾਹਿਆ ਵੀ ਵੀਰ ਸਿੰਘਾ ਜਿਹੜੇ ਪੱਟ ਉੱਤੇ ਹੱਥ ਮਾਰਿਆ ਇੱਥੇ ਇੱਕ ਦਿਨ ਤੋਪ ਦਾ ਗੋਲਾ ਵੀ ਡਿੱਗੇਗਾ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਤੋਪ ਦਾ ਗੋਲਾ ਡਿੱਗਾ, ਬਾਬਾ ਜੀ ਜ਼ਖਮੀ ਹੋ ਗਏ। ਸੇਵਾਦਾਰਾਂ ਨੇ ਚੁੱਕ ਕੇ ਪਲੰਘੇ ਤੇ ਲਿਟਾਇਆ। ਬਾਬਾ ਜੀ ਨੇ ਆਖਿਆ ਸਾਡਾ ਅੰਤਮ ਸੰਸਕਾਰ ਨਾ ਕੀਤਾ ਜਾਵੇ, ਇਸ ਤਰ੍ਹਾਂ ਹੀ ਦਰਿਆ ਬੁਰਦ ਕਰ ਦਿੱਤਾ ਜਾਵੇ। ਜੰਗਬੰਦੀ ਤੋਂ ਬਾਅਦ ਬਾਬਾ ਜੀ ਦਾ ਜਿਸਮ ਜਿਹੜਾ ਪਲੰਘੇ ਤੇ ਰੱਖ ਕੇ ਦਰਿਆ ਸਤਲੁਜ ਵਿੱਚ ਪਾਇਆ ਗਿਆ। ਸਰਦਾਰ ਗੰਡਾ ਸਿੰਘ ਨਿਹੰਗ ਸਿੰਘ ਹੰਡਿਆਰਾ, ਉਹਨਾਂ ਨੂੰ ਸੁਪਨੇ ਵਿੱਚ ਬਾਬਾ ਜੀ ਨੇ ਦਰਸ਼ਨ ਦਿੱਤੇ ਭਈ ਸਾਡਾ ਇੱਥੇ ਪਲੰਘਾ ਹੈ। ਫਿਰ ਉਹਨਾਂ ਨੇ ਭਾਲ ਕਰਕੇ ਇੱਕ ਮਲਾਹ ਦੀ ਬੇੜੀ ਭੰਨ ਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ। ਇਤਿਹਾਸ ਦੇ ਪੰਨਿਆਂ ਤੇ ਜ਼ਿਕਰ ਆਉਂਦਾ ਹੈ। ਫਿਰ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਰਾਖ ਚੁੱਕ ਕੇ ਰਤੋ ਕੇ ਨਗਰ ਵਾਲੇ ਗੁਰਦੇਵ ਸਿੰਘ ਦੇ ਪਿੰਡ ਵਾਲਿਆਂ ਨੇ ਆਪਣੇ ਪਿੰਡ ਵਿੱਚ ਬਾਬਾ ਜੀ ਦੀ ਯਾਦ ਵਿੱਚ ਜਾ ਕੇ ਗੁਰਦੁਆਰਾ ਬਣਾਇਆ। ਇਹ ਸੀ ਉਸ ਮਹਾਨ ਬਾਬਾ ਜੀ ਦੀ ਕੁਰਬਾਨੀ ਦੀ ਦਾਸਤਾਨ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਗਈ। ਬਾਬਾ ਠਾਕਰ ਸਿੰਘ ਜੀ ਕੋਈ ਛੋਟੇ ਜਿਹੇ ਮਹਾਂਪੁਰਸ਼ ਨਹੀਂ ਸਨ, ਬੜੇ ਕਰਨੀ ਵਾਲੇ ਮਹਾਤਮਾ ਸਨ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੇ ਪਿੰਡ ਵਿੱਚ ਉਹਨਾਂ ਦੀ ਕੁਟੀਆ ਕਾਇਮ ਕੀਤੀ। ਅਟਾਰੀ ਪਿੰਡ ਜਾ ਕੇ ਵੇਖ ਸਕਦੇ ਹੋ। ਬਾਬਾ ਠਾਕੁਰ ਜੀ ਦੀ ਯਾਦ ਵਿੱਚ ਬਣੀ ਹੋਈ ਕੁਟੀਆ, ਸਾਧਾਂ ਵਾਲੀ ਦੀ ਧਰਤੀ ਤੇ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ, ਨਰਵੜ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ, ਜੜ੍ਹਾਂ ਵਾਲੀ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ, ਗੁਰਦਾਸਪੁਰ ਲਾਗੇ ਰੋਜ਼ੇ ਪਿੰਡ ਵਿੱਚ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ। ਬੜੇ ਵੱਡੇ ਧਰਮਾਤਮਾ ਸਨ ਬਾਬਾ ਠਾਕੁਰ ਜੀ, ਜਿਨ੍ਹਾਂ ਦਾ ਇਤਿਹਾਸ ਤੁਹਾਡੇ ਨਗਰ ਨਾਲ ਵੀ ਸੰਬੰਧ ਰੱਖਦਾ ਹੈ। ਤੇ ਇਸ ਤਰ੍ਹਾਂ ਬਾਬਾ ਠਾਕੁਰ ਜੀ ਨੇ ਗਿਆਨ ਦੇ ਦਿੱਤਾ ਸੀ ਕਿ ਇੱਥੇ ਪੱਟ ਉੱਤੇ ਤੋਪ ਦਾ ਗੋਲਾ ਵੀ ਹੋ ਜਾਣਾ। ਸੱਚੀ ਮੁੱਚੀ ਉਹਨਾਂ ਸੁਖਨਾ ਦੀ ਪੂਰਤੀ ਕਰਦੇ ਹੋਏ ਜਿਨ੍ਹਾਂ ਦੀ ਬਾਹ ਫੜੀ ਸੀ ਉਹਨਾਂ ਦੀ ਲੱਜਾ ਦੀ ਖਾਤਰ ਬਾਬਾ ਜੀ ਸ਼ਹਾਦਤ ਦਾ ਜਾਮ ਪੀ ਗਏ। ਕੰਵਰਾਣੀਆਂ ਨੂੰ ਫੜ ਕੇ ਲਾਹੌਰ ਖੜਿਆ ਗਿਆ, ਬਗਾਵਤ ਹੋਈ, ਗੁਰੂ ਮਾਰੀ ਫੌਜ ਦਾ ਲੋਕਾਂ ਨੇ ਐਲਾਨ ਕੀਤਾ। ਇਹਨਾਂ ਦੇ ਕੋਈ ਮੱਥੇ ਨਹੀਂ ਲੱਗਦਾ। ਇਤਿਹਾਸ ਦੇ ਪੰਨੇ ਦੱਸਦੇ ਕੋ ਸਿੱਖ ਕਹਿੰਦੇ ਸਨ ਹਮਲਾ ਕਰਕੇ ਇਹਨਾਂ ਫੌਜਾਂ ਨੂੰ ਕਿਡਨੈਪ ਕਰਕੇ ਮਾਰਿਆ ਜਾਵੇ, ਪਰ ਹੀਰਾ ਸਿੰਘ ਨੇ ਸਾਰਾ ਕੁਝ ਸੰਭਾਲ ਲਿਆ। ਸਮਾਂ ਆਪਣੀ ਚਾਲ ਚੱਲਦਾ ਗਿਆ। ਮਜ਼ਮੂਨ ਬੜਾ ਲੰਮਾ ਹੈ, ਸਮਾਂ ਆਗਿਆ ਨਹੀਂ ਦੇ ਰਿਹਾ, ਆਪ ਜੀ ਨਾਲ ਸਾਂਝਾ ਕਰੀ। ਇਤਿਹਾਸ ਦੇ ਕਦਰ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਸਰਦਾਰ ਸਕੱਤਰ ਸਿੰਘ ਜੀ 100 ਰੁਪਏ ਇਤਿਹਾਸ ਦੇ ਮਾਣ ਵਿੱਚ ਹਾਜ਼ਰ ਕਰ ਰਹੇ ਨੇ। ਵਾਹਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸ਼ਹੀਦ ਭਾਈ ਸੁਖਦੇਵ ਸਿੰਘ ਜੀ ਚੱਬਾ, ਜਿਹਨੂੰ ਵਰਲਡ ਵਿੱਚ ਵਸਦੇ ਹਰ ਸਿੱਖ ਜਾਣਦਾ ਹੈ, ਉਹਨਾਂ ਦੇ ਨਾਂ ਤੋਂ ਤੇ ਚੱਬੇ ਦੇ ਸਾਰੇ ਸ਼ਹੀਦਾਂ ਦੇ ਨਾਮ ਤੋਂ ਭਾਈ ਸਾਹਿਬ ਜੀ ਸੈਕਟਰੀ ਸਾਹਿਬ ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਅਰਦਾਸ ਕਰਾਈ ਗਈ। ਮਹਾਰਾਜ ਜੀ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਕਮੇਟੀ ਮੈਂਬਰ ਸਰਦਾਰ ਬਲਵੰਤ ਸਿੰਘ ਜੀ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ। ਕਵੀਸ਼ਰ ਮਲਕੀਤ ਸਿੰਘ ਜੀ ਵਰਪਾਲ ਤੇ ਉਹਨਾਂ ਦੇ ਸਾਥੀ, ਉਹਨਾਂ ਨੂੰ ਜ਼ਰੂਰੀ ਕੰਮ ਸੀ, ਉਹ ਮਾਇਆ ਅਰਦਾਸ ਤੇ ਕਰਾ ਕੇ ਗਏ। ਗੁਰੂ ਬਾਬਾ ਜੀ ਨਾਮਦਾਨ ਬਖਸ਼ਣ। ਸਰਦਾਰ ਗੁਰਮੁਖ ਸਿੰਘ ਜੀ ਸਰਪੰਚ ਸਾਹਿਬ ਚੱਬੇ ਵਾਲੇ, ਜਿਨ੍ਹਾਂ ਨੇ ਹੁਕਮ ਕੀਤਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ। 500 ਰੁਪਇਆ ਇਤਿਹਾਸ ਦੀ ਕਦਰਦਾਨੀ ਵਿੱਚ ਮਾਇਆ ਭੇਜ ਰਿਹਾ। ਉਹ ਢਾਡੀ ਕਲਾ ਨਾਲ ਬੜਾ ਵੱਡਾ ਸਨੇਹ ਰੱਖਦੇ ਨੇ। ਗਿਆਨੀ ਕੁਲਵੰਤ ਸਿੰਘ ਜੀ ਬੀਏ ਸਾਹਿਬ ਨਾਲ ਉਹਨਾਂ ਦੀ ਬਹੁਤ ਵੱਡੀ ਮੁਹੱਬਤ ਸੀ, ਉਹ ਮੁਹੱਬਤ ਅੱਗੇ ਚੱਲਦੀ ਆ ਰਹੀ ਹੈ। 500 ਰੁਪਇਆ ਇਤਿਹਾਸ ਦੀ ਕਦਰ ਵਿੱਚ ਹਾਜ਼ਰ ਕਰ ਰਿਹਾ। ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਮੇਰੇ ਛੋਟੇ ਵੀਰ ਭਾਈ ਅਮਰਜੀਤ ਸਿੰਘ ਜੀ ਸਭਰਾ, ਸਪੁੱਤਰ ਸਵਰਗਵਾਸੀ ਗਿਆਨੀ ਜਰਨੈਲ ਸਿੰਘ ਜੀ ਸਭਰਾ, ਆਪਣੇ ਜਥੇ ਸਮੇਤ ਮਹਾਰਾਜ ਦੀ ਹਾਜ਼ਰੀ 'ਚ ਪਹੁੰਚੇ ਨੇ। ਸਾਰੇ ਜਥੇ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ। ਵਾਹਿਗੁਰੂ ਹੋਰ ਕਾਮਯਾਬੀ ਬਖਸ਼ੇ। ਗਿਆਨੀ ਸੰਦੀਪ ਸਿੰਘ ਜੀ ਚੰਦਨ, ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਹਾਜ਼ਰ ਹੋਈ। ਵਾਹਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਹੈੱਡ ਗ੍ਰੰਥੀ ਗੁਰਦੁਆਰਾ ਸੰਗਰਾਣਾ ਸਾਹਿਬ ਦੇ ਵੀਰ ਗੁਰਸਾਹਿਬ ਸਿੰਘ ਜੀ, ਉਹਨਾਂ ਵੱਲੋਂ ਆਪਣੇ ਬੇਟੇ ਗੁਰਕੀਰਤ ਸਿੰਘ ਦੀ ਫੌਜ ਵਿੱਚ ਰੰਗਰੂਟੀ ਕਰ ਰਹੇ ਨੇ, ਚੜ੍ਹਦੀ ਕਲਾ ਵਾਸਤੇ ਮਾਇਆ ਅਰਦਾਸ ਕਰਵਾਈ ਹੈ। ਮਹਾਰਾਜ ਕਿਰਪਾ ਕਰਨ, ਫੌਜੀ ਵੀਰ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਫੌਜੀਆਂ ਦੀ ਚੜ੍ਹਦੀ ਕਲਾ ਲਈ ਦੋਵੇਂ ਟਾਈਮ ਹੀ ਅਰਦਾਸ ਕਰਿਆ ਕਰੋ। ਜੇ ਫੌਜੀ ਬਾਰਡਰਾਂ ਤੇ ਸਰਹੱਦਾਂ ਤੇ ਨਾ ਹੋਣ ਤੇ ਅਸੀਂ ਸੁਰੱਖਿਅਤ ਨਹੀਂ ਰਹਿ ਸਕਦੇ। ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਬਲਵਿੰਦਰ ਸਿੰਘ ਜੀ ਵਰਪਾਲ ਤੰਦਰੁਸਤੀ ਵਾਸਤੇ ਮਾਇਆ ਅਰਦਾਸ ਕਰਾ ਰਹੇ ਨੇ। ਗੁਰਬੀਰ ਸਿੰਘ ਜੀ ਬੱਬਾ, ਬੇਨਤੀ ਹੈ ਕਿਸਾਨ ਸੰਘਰਸ਼ ਕਮੇਟੀ ਦਾ ਸਾਥ ਦਿਓ। ਉਹਨਾਂ ਵੱਲੋਂ 100 ਰੁਪਏ ਹਾਜ਼ਰੀ। ਤਾਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ, ਜੇ ਪੰਜਾਬ ਇਸੇ ਤਰ੍ਹਾਂ ਘੁੱਗ ਵਸਦਾ ਰੱਖਣਾ ਹੈ ਤੇ ਕਿਸਾਨ ਸੰਘਰਸ਼ ਕਮੇਟੀ ਦਾ ਸਾਨੂੰ ਹਰ ਇਨਸਾਨ ਨੂੰ ਸਾਥ ਦੇਣਾ ਪਵੇਗਾ, ਚਾਹੇ ਉਹ ਕਿਸੇ ਵੀ ਕਿੱਤੇ ਨਾਲ ਜੁੜਿਆ ਹੋਵੇ। ਅਸੀਂ ਕਵਿਤਾਵਾਂ ਵੀ ਲਿਖੀਆਂ ਔਰ ਅਸੀਂ ਜਾ ਕੇ ਜਿੱਥੇ ਜਿੱਥੇ ਕਿਸਾਨ ਵੀਰ ਧਰਨਾ ਦਿੰਦੇ ਉੱਥੇ ਹਾਜ਼ਰੀ ਵੀ ਭਰਦੇ ਨੇ। ਇਸ ਕਰਕੇ ਜ਼ਰੂਰੀ ਹੈ ਪੰਜਾਬ ਦੀ ਕਿਸਾਨੀ ਦੀ ਆਬਾਦੀ ਲਈ ਸਾਨੂੰ ਕਿਸਾਨ ਸੰਘਰਸ਼ ਕਮੇਟੀ ਦੇ ਵੀਰਾਂ ਦਾ ਸਾਥ ਦੇਣਾ ਬੜਾ ਲਾਜ਼ਮੀ। ਗੁਰਮੇਲ ਸਿੰਘ ਜੀ ਮਾਇਆ ਹਾਜ਼ਰ ਕਰ ਰਹੇ, ਅਮਰ ਸਿੰਘ ਜੀ ਮਾਇਆ ਭੇਜ ਰਹੇ ਨੇ। ਸਰਬੱਤ ਦੇ ਭਲੇ ਵਾਸਤੇ ਸਰਵਣ ਸਿੰਘ ਜੀ ਮਾਇਆ ਅਰਦਾਸ ਕਰਾ ਰਹੇ ਨੇ। ਸਰੰਗੀ ਮਾਸਟਰ ਪਰਮਿੰਦਰ ਸਿੰਘ ਵਰਪਾਲ, ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਹਾਜ਼ਰ ਹੋਈ। ਵਾਹਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਹਿਬ ਜਗਜੀਤ ਸਿੰਘ ਜੀ ਵਰਪਾਲ, ਉਹਨਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ। ਵਾਹਿਗੁਰੂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਅੰਤ ਵਿੱਚ ਪ੍ਰਬੰਧਕ ਕਮੇਟੀ ਦੇ ਸਾਰੇ ਵੀਰਾਂ ਦਾ, ਗੁਰੂ ਕੀ ਸੰਗਤ ਦਾ, ਸਾਊਂਡ ਵਾਲੇ ਵੀਰ ਦਾ, ਸੈਕਟਰੀ ਸਾਹਿਬ ਦਾ, ਲਾਈਵ ਚਲਾ ਰਹੇ ਵੀਰਾਂ ਦਾ
ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਧੰਨਵਾਦ ਕਰਦੇ ਹੋ। ਆਪ ਜੀ ਤੋਂ ਆਗਿਆ ਮੰਗਦੇ ਹਾਂ ਜੀ। ਭੁੱਲਾਂ ਸਾਡੀਆਂ ਨੇ, ਚੰਗੇ ਸ਼ਬਦਾਂ ਨੂੰ ਹਿਰਦੇ ਵਿੱਚ ਵਸਾ ਕੇ ਲਾਹਾ ਲੈਣ ਦਾ ਯਤਨ ਕਰਨਾ। ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।